ਅੱਜ ਅਸੀਂ ਚਰਚਾ ਦੇ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਨੂੰ ਸੱਦਾ ਕਿਸ ਤਰੀਕੇ ਨਾਲ ਮਿਲਿਆ ਸੀ, ਕਿਸਾਨਾਂ ਦੇ ਵੱਲੋਂ ਸੱਦਾ ਕਿਉਂ ਠੁਕਰਾ ਦਿੱਤਾ ਗਿਆ, ਤੇ ਸਵਾਲ ਇਹ ਵੀ ਹੈ ਕਿ ਗੱਲਬਾਤ ਸ਼ੁਰੂ ਕਿਵੇਂ ਹੋਵੇਗੀ, ਕਿ ਕੋਈ ਲੈਵਲ ਹੋਏਗਾ ਗੱਲਬਾਤ ਸ਼ੁਰੂ ਕਰਨ ਦਾ। ਇਸ ਸਾਰੇ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਸਵਾਲ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਅੱਜ ਪੁੱਛਾਂਗੇ, ਤੁਹਾਨੂੰ ਵੀ ਅਸੀਂ ਰੋਜ਼ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੀ ਵੀ ਰਾਏ ਅਸੀਂ ਜ਼ਰੂਰ ਲੈ ਸਕੀਏ ਤਾਂ ਕਿ ਉਹ ਵੀ ਸਿਆਸਤਦਾਨਾਂ ਤੱਕ ਜਾਂ ਜੋ ਵੀ ਇਸ ਮੁੱਦੇ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਤੱਕ ਪਹੁੰਚੇ। ਸਾਡਾ ਅੱਜ ਦਾ ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਸਵਾਲ ਹੈ ਕਿ ਕਿਸਾਨਾਂ ਦੇ ਵੱਲੋਂ ਕੇਂਦਰ ਦੇ ਗੱਲਬਾਤ ਦੇ ਸੱਦੇ ਨੂੰ ਠੁਕਰਾਉਣ ਦਾ ਫੈਸਲਾ ਕੀ ਸਹੀ ਹੈ? ਤੁਹਾਨੂੰ ਲੱਗਦਾ ਹੈ ਕਿ ਜੋ ਕਿਸਾਨਾਂ ਨੇ ਕੀਤਾ, ਕਿਸਾਨ ਕਹਿ ਰਹੇ ਨੇ ਕਿ ਅਸੀਂ ਇਸ ਮਾਹੌਲ ਦੇ ਵਿੱਚ ਜਿਸ ਤਰੀਕੇ ਨਾਲ ਗੱਲਬਾਤ ਕੇਂਦਰ ਕਰਨਾ ਚਾਹੁੰਦਾ ਹੈ ਅਸੀਂ ਗੱਲਬਾਤ ਨਹੀਂ ਕਰਾਂਗੇ, ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਨੇ ਸਹੀ ਫੈਸਲਾ ਲਿਆ, ਕਿਸਾਨ ਆਗੂਆਂ ਦਾ ਇਹ ਫੈਸਲਾ ਸਹੀ ਹੈ ਕਿ ਅਸੀਂ ਕੇਂਦਰ ਦੇ ਨਾਲ ਗੱਲਬਾਤ ਨਹੀਂ ਕਰਾਂਗੇ? ਤੁਸੀਂ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਓ। ਮੈਂ ਇਸ ਬੁਲੇਟਿਨ ਦੇ ਆਖਿਰ ਦੇ ਵਿੱਚ ਤੁਹਾਡੀ ਰਾਏ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗਾ ਕਿ ਕੀ ਕੁਝ ਸਾਡੇ ਪੰਜਾਬ ਦੇ ਲੋਕ ਸਮਝਦੇ ਨੇ ਇਸ ਪੂਰੇ ਮੁੱਦੇ ਉੱਤੇ। ਕਿਸਾਨਾਂ ਨੇ ਜੋ ਮਿਲ ਕੇ ਫੈਸਲਾ ਲਿਆ, 31 ਕਿਸਾਨ ਜਥੇਬੰਦੀਆਂ ਦੇ ਵੱਲੋਂ, ਜੋ ਉਹਨਾਂ ਦੇ ਆਗੂਆਂ ਦੇ ਵੱਲੋਂ ਜੋ ਫੈਸਲਾ ਲਿਆ ਗਿਆ, ਉਸ ਦੇ ਉੱਤੇ ਉਹਨਾਂ ਦੀ ਕੀ ਰਾਏ ਹੈ, ਤੇ ਇਹ ਤੁਸੀਂ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਓ। ਅੱਜ ਦਾ ਸਵਾਲ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ, ਇਸ ਦੇ ਉੱਤੇ ਤੁਸੀਂ ਹਾਂ ਜਾਂ ਨਾ ਦੇ ਵਿੱਚ ਆਪਣਾ ਜਵਾਬ ਦੇ ਸਕਦੇ ਹੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਫੈਸਲਾ ਸਹੀ ਹੈ, ਗੱਲਬਾਤ ਨਹੀਂ ਹੋਣੀ ਚਾਹੀਦੀ ਫਿਲਹਾਲ ਇਸ ਮਾਹੌਲ ਦੇ ਵਿੱਚ, ਤਾਂ ਤੁਸੀਂ ਟਾਈਪ ਕਰੋ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਸੀ ਤਾਂ ਟਾਈਪ ਕਰੋ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ N। ਇਸ ਨੂੰ ਭੇਜ ਦਿਓ 56677 ਦੇ ਉੱਤੇ 56677 ਦੇ ਉੱਤੇ। ਆਖਿਰ ਦੇ ਵਿੱਚ, ਇਸ ਬੁਲੇਟਿਨ ਦੇ ਆਖਿਰ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਤੁਹਾਡੀ ਰਾਏ ਜ਼ਰੂਰ ਰੱਖਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਸਾਡੇ ਅੱਜ ਦੇ ਮਹਿਮਾਨਾਂ ਦੇ ਨਾਲ। ਜਿਹੜੇ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ, ਇਸ ਚਰਚਾ ਦੇ ਵਿੱਚ ਸ਼ਾਮਲ ਹੋ ਰਹੇ ਨੇ, ਸਾਡੇ ਨਾਲ ਪੰਜਾਬੀ ਕਲਾਕਾਰ ਜੁੜ ਰਹੇ ਨੇ, ਪੰਜਾਬੀ ਗਾਇਕ ਜੁੜ ਰਹੇ ਨੇ। ਪਿਛਲੇ ਕੁਝ ਦਿਨਾਂ ਦੇ ਵਿੱਚ ਕਿਸਾਨਾਂ ਦੀ ਹੱਕ ਦੀ ਆਵਾਜ਼ ਨੂੰ ਬੁਲੰਦ ਕਰਦੇ ਨਜ਼ਰ ਆਏ ਨੇ। ਹਰਫ ਚੀਮਾ ਜੀ, ਬਹੁਤ ਬਹੁਤ ਸਵਾਗਤ ਹੈ ਚੀਮਾ ਸਾਹਿਬ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਇਸ ਚਰਚਾ ਦੇ ਵਿੱਚ। ਸਾਡੇ ਨਾਲ ਜਗਜੀਤ ਸਿੰਘ ਜੀ ਜੁੜ ਰਹੇ ਨੇ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੂੰ ਰਿਪਰੈਜ਼ੈਂਟ ਕਰਨਗੇ। ਜਗਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਇਸ ਦੇ ਨਾਲ ਹੀ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਵੀ ਜੁੜ ਰਹੇ ਨੇ, ਹਰਜੀਤ ਗਰੇਵਾਲ ਜੀ। ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸਵਰਨ ਸਿੰਘ ਪੰਧੇਰ ਵੀ ਸਾਡੇ ਨਾਲ ਜੁੜ ਰਹੇ ਨੇ, ਜੋ ਕਿ ਕਿਸਾਨ ਸੰਘਰਸ਼ ਕਮੇਟੀ ਨੂੰ ਰਿਪਰੈਜ਼ੈਂਟ ਕਰਨਗੇ। ਪੰਧੇਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਪੰਧੇਰ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਤੋਂ ਹੀ ਕਰਨ ਜਾ ਰਿਹਾ ਹਾਂ। ਪਹਿਲਾ ਸਵਾਲ ਤੁਹਾਡੇ ਤੋਂ ਹੀ, ਗੱਲਬਾਤ ਤੋਂ ਇਨਕਾਰ ਕਿਉਂ? ਬਹੁਤ ਸਪਸ਼ਟ ਸਵਾਲ ਹੈ। ਕਿਹਾ ਜਾਂਦਾ ਹੈ ਕਿ ਗੱਲਬਾਤ, ਜਿਵੇਂ ਮੈਂ ਸ਼ੁਰੂਆਤ ਕੀਤੀ ਕਿ ਗੱਲਬਾਤ ਦੇ ਜ਼ਰੀਏ ਤਾਂ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਨੇ, ਤਾਂ ਇਹ ਜਦੋਂ ਮੁੱਦਾ ਤੁਰਿਆ ਹੋਇਆ ਜਾਂ ਇਸ ਮੁੱਦੇ ਦੇ ਉੱਤੇ ਕਿਸਾਨ ਸੰਘਰਸ਼ ਕਰ ਰਹੇ ਨੇ, ਕੇਂਦਰ ਕਹਿ ਰਿਹਾ ਆਓ ਬੈਠੋ ਗੱਲਬਾਤ ਕਰੋ, ਤਾਂ ਹੁਣ ਇਨਕਾਰ ਕਿਉਂ? ਹਾਂ, ਬਿਲਕੁਲ ਤੁਹਾਡੀ ਗੱਲ ਸਹੀ। ਕੋਈ ਵੀ ਜਿਹੜਾ ਮਸਲਾ ਵਾ ਗੱਲਬਾਤ ਨਹੀਂ ਹੱਲ ਹੋ ਸਕਦਾ, ਤੇ ਕਿਸਾਨ ਯੂਨੀਅਨ ਦੇ ਆਗੂ ਕਦੀ ਗੱਲਬਾਤ ਤੋਂ ਭੱਜੇ ਨਹੀਂ ਹੈਗੇ। ਪਰ ਗੱਲਬਾਤ ਦਾ ਇਨਕਾਰ ਕਿਉਂ ਕੀਤਾ ਗਿਆ, ਇਹਦੇ ਪਿੱਛੇ ਕਾਰਨ ਕੀ ਆ, ਇਹ ਜਾਣਨਾ ਬਹੁਤ ਜ਼ਰੂਰੀ ਆ। ਵੀ ਜਿਹੜੀ ਚਿੱਠੀ ਆਈ ਆ ਉਹਦੀ ਵਰਡਿੰਗ ਕੀ ਸੀਗੀ, ਵੀ ਅਸੀਂ ਤੁਹਾਨੂੰ ਸਮਝਾਉਣਾ ਚਾਹੁੰਦੇ ਆ, ਤੇ ਇਹ ਜਿਹੜੇ ਐਕਟ ਆ ਇਹ ਕਿਸਾਨਾਂ ਨੂੰ ਬੜਾ ਫਾਇਦਾ ਦੇਣਗੇ, ਤੇ ਇਹਦੇ ਨਾਲ ਕਿਸਾਨਾਂ ਨੂੰ ਆਜ਼ਾਦੀ ਮਿਲੂਗੀ। ਦੂਸਰਾ, ਜਿਹੜੇ ਭਾਜਪਾ ਦੇ ਕੇਂਦਰੀ ਮੰਤਰੀ ਸਾਹਿਬਾਨ ਨੇ ਜਿਹੜਾ ਪੰਜਾਬ 'ਚ ਪ੍ਰੈਸ ਕਾਨਫਰੰਸਾਂ ਕਰਕੇ ਬੋਲ ਰਹੇ ਨੇ ਵੀ ਕਿਸਾਨ ਗੁੰਮਰਾਹ ਹੋਏ ਪਏ ਨੇ, ਉਹ ਸਾਡੇ ਅੰਦੋਲਨ ਤੇ ਪਾਣੀ ਫੇਰ ਰਹੇ ਆ। ਇਹਦਾ ਮਤਲਬ ਗੱਲਬਾਤ 'ਚ ਸਿਰਫ ਸਮਝਾਉਣ ਦੀ ਲੋੜ ਆ। ਮਸਲਾ, ਜਿਹੜੇ ਮਸਲੇ ਤੇ ਰੌਲਾ ਵਾ, ਅਸੀਂ ਕਹਿੰਦੇ ਜਿਹੜੇ ਇਹ ਕਾਲੇ ਕਾਨੂੰਨ ਲਿਆਂਦੇ ਆ ਵਾਪਸ ਲਏ ਜਾਣ, ਉਹਦੇ ਤੇ ਕੋਈ ਟਾਕ ਨਹੀਂ ਹੋਗੀ। ਇੱਕ ਬੰਨੇ ਕਿਸਾਨ ਹੀ ਆ ਸਾਰੇ ਦੇਸ਼ ਦੇ, ਇੱਕ ਬੰਨੇ ਸਾਨੂੰ ਗੱਲਬਾਤ ਦਾ ਸੱਦਾ ਦਿੱਤਾ ਜਾ ਰਿਹਾ, ਦੂਜੇ ਬੰਨੇ ਹਰਿਆਣੇ ਦੇ ਕਿਸਾਨਾਂ ਨੂੰ ਡਾਂਗ ਫੇਰੀ ਜਾ ਰਹੀ ਆ। ਠੀਕ ਆ, ਉਹਨਾਂ ਨੂੰ ਸੱਦਾ ਵੀ ਨਹੀਂ ਦਿੱਤਾ ਗਿਆ। ਇਹ ਸਾਨੂੰ ਬਹੁਤ ਦੁਖਦਾਈ ਲੱਗਿਆ ਵੀ ਕਿਸਾਨ ਹੀ ਆ ਕੋਈ, ਕੱਲ ਨੂੰ ਸਾਨੂੰ ਡਾਂਗ ਫੇਰੀ ਜਾਊਗੀ, ਉਹਨਾਂ ਨੂੰ ਸੱਦਿਆ ਜਾਊਗਾ, ਤੇ ਇਹ ਫੁੱਟ ਪਾਉਣ ਵਾਲੀ ਗੱਲ ਵੀ ਆ ਪੂਰੀਆਂ ਜਥੇਬੰਦੀਆਂ ਦੇ ਅੰਦਰ। ਦੂਸਰਾ, ਜਿਹੜੇ ਸੈਕਟਰੀ ਨੇ ਆਪਣਾ ਐਗਰੀਕਲਚਰ ਦੇ, ਜਿਨ੍ਹਾਂ ਸਕੱਤਰ ਸਾਹਿਬ ਨੇ ਜਿਨ੍ਹਾਂ ਮੀਟਿੰਗ ਲੈਣੀ ਸੀ, ਅਸੀਂ ਸਮਝਦੇ ਵੀ ਕੋਈ ਅਥਾਰਟੀ ਹੈ ਨਹੀਂ ਕਿ ਵੀ ਜਿਹੜੇ ਇਸ ਕਿਸਮ ਦਾ ਫੈਸਲਾ ਉਹ ਕਾਨੂੰਨਾਂ ਦੇ ਵਿਰੁੱਧ ਲੈ ਸਕਣ। ਜਦੋਂ ਸਵੈਮ ਪ੍ਰਧਾਨ ਮੰਤਰੀ ਜੀ ਹਿਮਾਚਲ 'ਚ ਆ ਕੇ ਬਿਆਨ ਦਿੰਦੇ ਨੇ ਵੀ ਸਾਡਾ ਤਾਂ ਕਾਨੂੰਨ ਠੀਕ ਆ, ਤੇ ਇਹ ਕਿਸਾਨਾਂ ਲਈ ਇੱਕ ਵੀ ਸਦੀ ਦਾ ਸਭ ਤੋਂ ਚੰਗਾ ਫੈਸਲਾ। ਸੋ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਕੋਈ ਗੱਲ ਰਹਿ ਨਹੀਂ ਜਾਂਦੀ। ਠੀਕ ਆ, ਸੋ ਇਹ ਅਸੀਂ ਸਮਝਿਆ ਵੀ ਇਹ ਗੱਲਬਾਤ ਦਾ ਮਾਹੌਲ ਹੀ ਨਹੀਂ ਹੈਗਾ, ਤੇ ਭਾਜਪਾ ਤੇ ਪ੍ਰਾਈਮ ਮਿਨਿਸਟਰ ਦੀ ਟੀਮ ਪੂਰੀ ਦੀ ਪੂਰੀ ਉਹ ਗੱਲਬਾਤ ਲਈ ਸਿੰਸੀਅਸ ਹੀ ਨਹੀਂ ਹੈਗੀ। ਸੋ ਇਹਨਾਂ ਕਾਰਨਾਂ ਕਰਕੇ ਆਪਾਂ ਪਿੱਛੇ ਹਟੇ ਹਾਂ ਕਿ ਸਾਨੂੰ ਇਹ ਮੀਟਿੰਗ 'ਚ ਨਹੀਂ ਜਾਣਾ ਚਾਹੀਦਾ। ਇਹ ਮੀਟਿੰਗ ਨਹੀਂ ਪੰਧੇਰ ਸਾਹਿਬ, ਗੱਲਬਾਤ ਹੋਏਗੀ ਜਾਂ ਨਹੀਂ? ਦੇਖੋ, ਜੇ ਖੇਤੀ ਕਾਨੂੰਨਾਂ ਦੇ ਉੱਤੇ ਤੁਹਾਨੂੰ ਖਰਚੇ ਨੇ, ਨਹੀਂ ਬੀਜੇਪੀ ਕਹਿ ਰਹੀ ਹੈ ਕਿ ਕੋਈ ਦਿੱਕਤ ਹੀ ਨਹੀਂ ਹੈ, ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਤਾਂ ਇਹੀ ਸਮਝਣ ਦੀ ਲੋਕ ਵੀ ਜਾਣਨਾ ਚਾਹੁੰਦੇ ਹੋਣਗੇ, ਤੁਹਾਨੂੰ ਬਹੁਤ ਸਾਰੇ ਕਿਸਾਨ ਜਿਹੜੇ ਹੈਗੇ ਨੇ ਸੁਣ ਰਹੇ ਹੋਣਗੇ ਕਿ ਹੁਣ ਗੱਲਬਾਤ ਹੋਏਗੀ ਜਾਂ ਨਹੀਂ ਹੋਏਗੀ, ਇਸੇ ਤਰੀਕੇ ਨਾਲ ਸੰਘਰਸ਼ ਚੱਲੇਗਾ ਅੱਗੇ। ਹਾਂ, ਦੇਖੋ ਇਹੀ ਸਮੱਸਿਆ ਵਾ
ਸਾਨੂੰ ਖਦਸ਼ਾ ਕੋਈ ਨਹੀਂ ਹੈਗਾ। ਜਿਹੜਾ ਮੀਡੀਆ 'ਚ ਆਉਂਦਾ ਨਾ ਵੀ ਸਾਨੂੰ ਖਦਸ਼ਾ, ਸਾਨੂੰ ਖਦਸ਼ਾ ਹੀ ਕੋਈ ਨਹੀਂ। ਸਾਨੂੰ ਬਿਲਕੁਲ ਯਕੀਨ ਆ ਵੀ ਇਹ ਜਿਹੜੇ ਕਾਲੇ ਕਾਨੂੰਨ ਲਿਆਂਦੇ ਗਏ ਇਹ ਭਾਰਤ ਤੇ ਪੰਜਾਬ ਦੀ ਖੇਤੀ ਨੂੰ ਉਜਾੜ ਦੇਣਗੇ। ਠੀਕ ਹੈ ਜੀ। ਹੁਣ ਜਦੋਂ ਇਹ ਯੂਰਪ ਤੇ ਅਮਰੀਕਾ ਵਿੱਚ ਹੋਇਆ ਫੇਲ ਹੈ, ਟੋਰਾਂਟੋ ਤੇ ਜਿਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਬਿਆਨ ਆ ਗਿਆ ਵੀ ਸਾਡਾ ਫੇਲ ਹੋਇਆ ਸਿਸਟਮ ਆ, ਤਾਂ ਉਹ ਜਿਹੜਾ ਸਾਡੇ ਤੇ ਲੱਦਿਆ ਜਾ ਰਿਹਾ, ਜਿਹੜਾ ਪੂਰੀ ਤਰ੍ਹਾਂ ਕਾਰਪੋਰੇਟ ਨੂੰ ਮੁਨਾਫਾ ਦੇਊਗਾ, ਸਾਨੂੰ ਸ਼ਿਓਰ ਆ। ਹਾਂ, ਅਸੀਂ ਭਾਜਪਾ ਦੇ ਜਿਹੜੇ ਮੰਤਰੀ ਸਭਾ ਉਹਨਾਂ ਨੂੰ ਜ਼ਰੂਰ ਸਮਝਾਉਣਾ ਚਾਹਾਂਗੇ ਵੀ ਉਹ ਸਮਝਣ, ਸਾਡੇ ਕੋਲ ਜੇ ਬਹਿ ਕੇ ਗੱਲ ਕਰਨਗੇ ਅਸੀਂ ਉਹਨਾਂ ਨੂੰ ਜ਼ਰੂਰ ਸਮਝਾਉਣ 'ਚ ਕਾਮਯਾਬ ਹੋਵਾਂਗੇ। ਤੇ ਮੈਨੂੰ ਲੱਗਦਾ ਜੇ ਕੋਈ ਸੁਹਿਰਦ ਹੋਈ ਸਰਕਾਰ ਤਾਂ ਉਹ ਫੈਸਲਾ ਵਾਪਸ ਲਊਗੀ। ਸਾਨੂੰ ਸਮਝਣ 'ਚ ਕੋਈ ਦਿੱਕਤ ਨਹੀਂ। ਇਹੀ ਕੱਲ ਜਿਹੜੀ ਇਹ ਲਾਅ ਆ ਉਹਦੀ ਇੱਕ ਇੱਕ ਲਫ਼ਜ਼ ਪੜ੍ਹੇ ਨੇ, ਇੱਕ ਇੱਕ ਸ਼ਬਦ ਪੜ੍ਹਿਆ। ਚਲੋ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਮੈਂ ਤੁਹਾਡੇ ਤੋਂ ਹੋਰ ਬਹੁਤ ਸਾਰੇ ਸਵਾਲ ਨੇ। ਤੁਸੀਂ ਕਹਿ ਰਹੇ ਹੋ ਕਿ ਇਸ ਦਾ ਬਿਲਕੁਲ ਯਕੀਨ ਹੈ ਸਾਨੂੰ ਕਿ ਇਹ ਕਾਨੂੰਨ ਸਾਨੂੰ ਚਾਹੀਦਾ ਹੀ ਨਹੀਂ, ਤਾਂ ਇਸ ਦਾ ਮਤਲਬ ਤਾਂ ਫਿਰ ਗੱਲਬਾਤ ਹੋਏਗੀ ਨਹੀਂ। ਗੱਲਬਾਤ ਇੱਥੇ ਫੁੱਲ ਸਟਾਪ ਲਗਾ ਦਿੱਤਾ ਜਾਵੇ ਕਿ ਤੁਸੀਂ ਤਾਂ ਰੱਦ ਕਰੋ, ਅਸੀਂ ਕੋਈ ਗੱਲਬਾਤ ਕਰਨੀ ਆਉਣੀ। ਮੈਂ ਤੁਹਾਡੇ ਕੋਲ ਵਾਪਸ ਆਊਂਗਾ ਕਿ ਇਹੀ ਹੁਣ ਕਿਸਾਨ ਆਗੂ ਮੰਗ ਰਹੇ ਨੇ। ਮੈਂ ਰੁਕ ਕਰਦਾ ਸਾਡੇ ਨਾਲ ਹਰਫ ਚੀਮਾ ਜੀ ਜੁੜੇ ਹੋਏ ਨੇ। ਚੀਮਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ। ਮੈਂ ਪੂਰੀ, ਕਿਉਂਕਿ ਤੁਹਾਡੀ ਵੀ ਮੀਟਿੰਗ ਹੋਈ ਹੈ, ਪੰਜਾਬੀ ਇੰਡਸਟਰੀ ਦੇ ਜਿਹੜੇ ਕਲਾਕਾਰ ਨੇ, ਤੁਹਾਡੇ ਵਰਗੇ ਨਾਮੀ ਕਲਾਕਾਰ, ਉਹਨਾਂ ਨੇ ਵੀ ਕਿਸਾਨਾਂ ਆਗੂਆਂ ਦੇ ਨਾਲ ਅੱਜ ਗੱਲਬਾਤ ਕੀਤੀ। ਮੈਂ ਉਸ ਦੇ ਉੱਤੇ ਜਾਵਾਂ, ਪਰ ਮੈਂ ਪਹਿਲਾਂ ਗੱਲਬਾਤ ਦੇ ਉੱਤੇ ਹੀ ਆਵਾਂ। ਤੁਹਾਨੂੰ ਲੱਗਦਾ ਹੈ ਕਿ ਕੇਂਦਰ ਦੇ ਨਾਲ ਜੋ ਗੱਲਬਾਤ ਦਾ ਸੱਦਾ ਕੇਂਦਰ ਦੇ ਵੱਲੋਂ ਦਿੱਤਾ ਗਿਆ ਸੀ, ਉਸ ਨੂੰ ਠੁਕਰਾ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਹੀ ਫੈਸਲਾ ਲਿਆ ਗਿਆ? ਦੇਖੋ, ਗੱਲਬਾਤ ਤਾਂ ਤੁਹਾਡੇ ਨਾਲ ਵੀ ਕਰ ਰਹੇ ਨੇ ਨਾ ਅੱਜ, ਕਿ ਤੁਸੀਂ ਸਾਨੂੰ ਸਮਰਥਨ ਦੇ ਰਹੇ ਹੋ, ਪੰਜਾਬੀ ਕਲਾਕਾਰ ਸਮਰਥਨ ਦੇ ਰਹੇ ਨੇ, ਤਾਂ ਆ ਕੇ ਗੱਲਬਾਤ ਕਰੋ ਤਾਂ ਕਿ ਇੱਕ ਸਾਂਝਾ ਪਲਾਨ ਬਣਾਇਆ ਜਾ ਸਕੇ। ਉਹ ਵੀ ਗੱਲਬਾਤ ਹੋ ਰਹੀ ਹੈ, ਤਾਂ ਤੁਹਾਨੂੰ ਲੱਗਦਾ ਹੈ ਕਿ ਗੱਲਬਾਤ ਬਾਰੇ ਸੋਚਣਾ ਚਾਹੀਦਾ ਸੀ ਕਿ ਡਿਸਕਸ਼ਨਸ ਹੋਣ, ਡਾਇਲੋਗਸ ਹੋਣ ਇਸ ਪੂਰੇ ਮਸਲੇ ਉੱਤੇ? ਹਰਫ ਜੀ, ਸਾਡੇ ਨਾਲ ਗੱਲਬਾਤ ਹੋ ਰਹੀ ਆ, ਅਸੀਂ ਸਾਡਾ ਪੰਜਾਬੀਅਤ, ਪੰਜਾਬ ਦਾ ਸਾਨੂੰ ਬਹੁਤ ਵੱਡੀ ਦੇਣ ਆ ਨਾ, ਕਿਉਂਕਿ ਸਾਨੂੰ ਪਿਆਰ ਕਰਦੇ ਨੇ ਪੰਜਾਬ ਦੇ ਲੋਕ। ਸੋ ਜਿਹੜੀ ਵੀ ਚੀਜ਼ ਪੰਜਾਬ ਦੇ ਹਿਤੈਸ਼ੀ ਨਹੀਂ ਹੋਊਗੀ, ਲਾ ਲਓ ਵੀ ਅੱਜ ਖੇਤੀ ਨੂੰ ਜਿਹੜੇ ਢਾਲ ਲਾਉਣ ਵਾਲੇ ਕਾਲੇ ਕਾਨੂੰਨ ਨੇ ਨਾ, ਸਾਡੇ ਨਾਲ ਬਹਿ ਕੇ ਗੱਲਬਾਤ ਉਹ ਤਾਂ ਕਰ ਰਹੇ ਨੇ ਕਿਉਂਕਿ ਸਾਡਾ ਅੰਦੋਲਨ ਆ ਜਿਹੜਾ ਇੱਕੋ ਹੀ ਆ ਕਿਤੇ ਨਾ ਕਿਤੇ। ਜੇ ਅਸੀਂ ਵੀ ਉਹ ਲੜਾਈ ਲੜ ਰਹੇ ਹਾਂ, ਲੋਕਾਂ ਦੀ ਲੜਾਈ ਲੜ ਰਹੇ ਹਾਂ, ਤੇ ਇਹ ਵੀ ਲੋਕਾਂ ਦੀ ਲੜਾਈ ਲੰਮੇ ਸਮੇਂ ਤੋਂ ਲੜ ਰਹੇ ਨੇ। ਜਿਹੜਾ ਘੋਲ ਆ ਇਹਨਾਂ ਦਾ ਆਲਮੋਸਟ ਅੱਧੀ ਸਦੀ ਦਾ ਘੋਲ ਆ ਕਿਸਾਨ ਜਥੇਬੰਦੀਆਂ ਦਾ। ਸੋ ਸਾਨੂੰ ਵੀ ਇਹ ਲੱਗਦਾ ਵੀ ਸਾਨੂੰ ਇਹਨਾਂ ਦੇ ਨਾਲ ਹੀ ਰਲ ਕੇ ਇਹਨਾਂ ਦੀਆਂ ਸਾਰੀਆਂ ਸਟ੍ਰੈਟਜੀਆਂ ਹੋਣਗੀਆਂ, ਤੇ ਅਸੀਂ ਜਿਵੇਂ ਵੀ ਸਾਨੂੰ ਪ੍ਰੋਗਰਾਮ ਦੇਣਗੇ ਅਸੀਂ ਇਹਨਾਂ ਦੇ ਉਲੀਕ ਕੇ ਪ੍ਰੋਗਰਾਮਾਂ ਦੇ ਉੱਤੇ ਇਹਨਾਂ ਦੇ ਨਾਲ ਸਮਰਥਨ ਕਰਾਂਗੇ ਇਹਨਾਂ ਦਾ ਨਾ। ਤੇ ਰਹੀ ਗੱਲ, ਤੁਸੀਂ ਸੰਵਾਦ ਦੀ ਗੱਲ ਕੀਤੀ ਆ, ਸੋ ਬੜੀ ਵਧੀਆ ਪਿੱਛੇ ਬਾਈ ਉਹਨਾਂ ਨੇ ਗੱਲ ਕਹੀ ਆ ਵੀ ਸੰਵਾਦ ਤਾਂ ਕੀਤਾ ਜਾ ਸਕਦਾ ਜੇ ਸੰਵਾਦ ਕਰਨ ਦੀ ਨੀਅਤ ਹੋਵੇ। ਕਾਰਨ ਪਤਾ ਕੀ ਆ ਵੀ ਹੁਣ ਕਿਸਾਨ ਨੂੰ ਪਤਾ ਹੋਊਗਾ ਨਾ ਵੀ ਇਹ ਜਿਹੜੇ ਕਾਨੂੰਨ ਨੇ ਕਿਸਾਨ ਹਿਤੈਸ਼ੀ ਨੇ ਜਾਂ ਕਿਸਾਨ ਵਿਰੋਧੀ ਨੇ। ਉੱਪਰੋਂ ਜਿਹੜੇ ਕਾਨੂੰਨ ਨੇ ਲਾਗੂ ਕਰ ਦਿੱਤੇ ਗਏ ਨੇ ਅਮਰੀਕਾ ਜਾਂ ਕੈਨੇਡਾ ਦੇ ਵਿੱਚ, ਇਹ ਫੇਲ ਸਿਸਟਮ ਆ ਪਹਿਲਾਂ ਉਹਨਾਂ ਨੇ ਦੱਸਿਆ। ਉਦੋਂ ਬਾਅਦ ਜਿਹੜੀ ਅਪਰੋਚ ਕੀਤੀ ਜਾ ਰਹੀ ਹੈ ਉਹ ਇਹ ਕਹਿ ਕੇ ਕੀਤੀ ਜਾ ਰਹੀ ਆ ਵੀ ਜਿਹੜੇ ਇਹ ਬਿੱਲ ਨੇ ਇਹ ਕਿਸਾਨ ਹਿਤੈਸ਼ੀ ਨੇ, ਤੁਹਾਨੂੰ ਅਸੀਂ ਸਮਝਾਵਾਂਗੇ, ਤੁਹਾਨੂੰ ਦੱਸਾਂਗੇ ਕਿਵੇਂ ਫਾਇਦਾ ਕਰਨਗੇ ਕਿਸਾਨਾਂ ਦਾ। ਸੋ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਕੰਮ ਇੱਕ ਕਿਸਾਨ ਕੰਮ ਆ ਜਿਹੜਾ ਉਹ ਕਿਸਾਨੀ ਕਰਦਾ, ਉਹ ਬਿੱਲ ਪੜ੍ਹ ਕੇ ਉਹਨੂੰ ਪਤਾ ਨਹੀਂ ਲੱਗੂਗਾ ਵੀ ਹਾਂ ਇਹ ਕਿਸਾਨ ਹਿਤੈਸ਼ੀ ਆ ਜਾਂ ਕਿਸਾਨ ਵਿਰੋਧੀ ਆ। ਸੋ ਉਹਨੂੰ ਸਮਝਾਉਣ ਦੀ ਲੋੜ ਨਹੀਂ, ਮੈਨੂੰ ਲੱਗਦਾ ਵੀ ਸਮਝਣ ਦੀ ਲੋੜ ਆ ਉਹਨਾਂ ਨੂੰ ਸ਼ਾਇਦ। ਨਹੀਂ ਹਰਫ ਜੀ, ਫਿਰ ਤੁਹਾਡੇ ਹਿਸਾਬ ਨਾਲ ਜਿਵੇਂ ਕਿਸਾਨ ਆਗੂ ਵੀ ਕਹਿ ਰਹੇ ਸੀ ਕਿ ਫਿਲਹਾਲ ਇਸ ਮੁੱਦੇ ਉੱਤੇ ਗੱਲਬਾਤ ਨਾ ਹੋਵੇ ਕਿ ਬਿੱਲ ਦੇ ਵਿੱਚ ਕੀ ਹੈ, ਡਾਇਰੈਕਟਲੀ ਇਹੀ ਗੱਲ ਹੋਵੇ ਕਿ ਬਿੱਲ ਨੂੰ ਰੱਦ ਕਰੋ ਜਾਂ ਕਾਨੂੰਨ ਨੂੰ ਰੱਦ ਕਰੋ, ਅਸੀਂ ਫਿਰ ਅੱਗੇ ਸੋਚਾਂਗੇ ਕੀ ਗੱਲਬਾਤ ਕਰਨੀ ਹੈ। ਮਤਲਬ ਸਿੱਧਾ ਰੱਦ ਕਰਨ ਦੀ, ਜਦੋਂ ਤੱਕ ਰੱਦ ਨਹੀਂ ਹੁੰਦਾ ਉਦੋਂ ਤੱਕ ਕੋਈ ਗੱਲਬਾਤ ਨਹੀਂ। ਹਾਂਜੀ ਬਿਲਕੁਲ, ਪਤਾ ਕਿਉਂ? ਕਿਉਂਕਿ ਤੁਸੀਂ ਵੀ ਆਪਣਾ ਬਿੱਲ ਪੜ੍ਹੋਗੇ, ਹੁਣ ਇੱਥੇ ਜਿਹੜੇ ਵੀ ਯੂਥ ਆਉਂਦੀ ਆ, ਬਜ਼ੁਰਗ, ਪਹਿਲਾਂ ਬਜ਼ੁਰਗ ਹੀ ਆਉਂਦੇ ਸੀਗੇ ਧਰਨਿਆਂ ਦੇ ਵਿੱਚ, ਸੰਘਰਸ਼ ਦਾ ਹਿੱਸਾ ਸਿਰਫ ਬਜ਼ੁਰਗ ਸੀਗੇ। ਜੇ ਸਾਡੇ ਵੀ ਤੁਰਨ ਦੀ ਲੋੜ ਪਈ ਆ, ਸਾਨੂੰ ਤੁਰਨ ਦੀ ਲੋੜ ਪਈ ਆ, ਜਾਂ ਯੂਥ ਨੂੰ ਤੁਰਨ ਦੀ ਲੋੜ ਪਈ ਆ, ਤਾਂ ਮੈਨੂੰ ਲੱਗਦਾ ਵੀ ਸਾਰੇ ਲੋਕ ਅਵੇਅਰ ਨੇ, ਸੁਚੇਤ ਨੇ। ਹੁਣ ਅੱਜ 15 ਦਿਨ ਹੋ ਗਏ, 16 ਦਿਨ ਹੋ ਗਏ, ਜੇ ਕੋਈ ਬੰਦਾ ਪਹਿਲੇ ਦਿਨ ਆ ਸਕਦਾ ਕੋਈ ਇਕੱਠ ਸ਼ੋਅ ਕਰਨ ਵਾਸਤੇ, ਜਾਂ ਕੋਈ ਜੇ ਸਿਆਸੀ ਰੈਲੀ ਹੋਵੇ ਤਾਂ ਆ ਸਕਦਾ। ਮੈਨੂੰ ਲੱਗਦਾ ਜੇ 15-20 ਦਿਨ ਹੋ ਗਏ ਸਾਰੇ ਲੋਕ ਇੱਕ ਹੋ ਕੇ ਬੈਠੇ ਨੇ, ਤਾਂ ਉਹਨਾਂ ਨੂੰ ਪਤਾ, ਉਹ ਅਵੇਅਰ ਨੇ, ਸੁਚੇਤ ਨੇ ਪੂਰਨ ਰੂਪ ਦੇ ਵਿੱਚ ਵੀ ਇਹ ਬਿੱਲ ਕੀ ਨੇ। ਚਲੋ ਠੀਕ ਹੈ, ਇਹ ਵੀ ਇੱਕ ਬਿਲਕੁਲ ਡਿਬੇਟ ਦਾ ਮੁੱਦਾ ਹੈਗਾ ਕਿ ਕਿੰਨੇ ਲੋਕਾਂ ਨੂੰ ਜਾਂ ਕਿੰਨੇ ਪ੍ਰਦਰਸ਼ਨਕਾਰੀਆਂ ਨੂੰ ਪਤਾ ਹੈ ਕਿ ਕਿੰਨਾ ਕੁਝ ਬਿੱਲ ਦੇ ਵਿੱਚ ਹੈ, ਕੀ ਕੁਝ ਹੈ, ਉਹਨਾਂ ਦੇ ਖਿਲਾਫ ਹੈ ਜਾਂ ਪੱਖ ਦੇ ਵਿੱਚ ਹੈ। ਮੈਂ ਇਸ ਦੇ ਉੱਤੇ ਵੀ ਅੱਗੇ ਗੱਲਬਾਤ ਕਰਾਂਗਾ। ਮੈਂ ਬੀਜੇਪੀ ਦੇ ਲੀਡਰ, ਸਾਡੇ ਨਾਲ ਸੀਨੀਅਰ ਲੀਡਰ ਜੁੜੇ ਹੋਏ ਨੇ, ਹੁਣ ਉਹਨਾਂ ਦਾ ਰੁਖ ਕਰਦਾ ਕਿਉਂਕਿ ਅਸੀਂ ਦੋਵੇਂ ਬੁਲਾਰਿਆਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਗਰੇਵਾਲ ਸਾਹਿਬ ਸਾਡੇ ਨਾਲ ਨੇ। ਗਰੇਵਾਲ ਸਾਹਿਬ, ਪਹਿਲਾ ਸਵਾਲ, ਕਿਸਾਨ ਆਗੂ ਕਹਿ ਰਹੇ ਨੇ ਕਿ ਗੱਲਬਾਤ ਹੁੰਦੀ ਹੈ, ਡਾਇਲੌਗਸ ਹੁੰਦੇ ਨੇ, ਪਰ ਨੀਅਤ ਦੇ ਨਾਲ, ਕਿ ਵਾਕਈ ਹੀ ਬੀਜੇਪੀ ਅਜਿਹਾ ਮਾਹੌਲ ਦੇ ਪਾਈ ਹੈ ਕਿਸਾਨਾਂ ਨੂੰ ਕਿ ਆਓ ਗੱਲਬਾਤ ਕਰੀਏ। ਤੁਸੀਂ 5-6 ਲੀਡਰਾਂ ਨੂੰ ਮੇਲ ਕਰ ਦਿੱਤੀ, ਫੋਨ ਕਰ ਦਿੱਤਾ, 31 ਕਿਸਾਨ ਜਥੇਬੰਦੀਆਂ ਨੇ, 31 ਉਹਨਾਂ ਦੇ ਲੀਡਰ ਹੋਣਗੇ,
ਕਿਸਾਨ ਆਗੂ ਕਹਿ ਰਹੇ ਨੇ ਤੁਸੀਂ ਹਰਿਆਣਾ ਦੇ ਵਿੱਚ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਈ ਜਾ ਰਹੇ ਹੋ, ਪੰਜਾਬ ਵਾਲਿਆਂ ਨੂੰ ਗੱਲਬਾਤ ਦੇ ਲਈ ਬੁਲਾ ਰਹੇ ਹੋ। ਇਹ ਸਾਰੀਆਂ ਚੀਜ਼ਾਂ ਇਹ ਕਿਉਂ ਹੋ ਰਹੀਆਂ ਨੇ ਅਲੱਗ-ਅਲੱਗ? ਨੀਅਤ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਸਵਾਲ ਕਿ ਨੀਅਤ ਨਹੀਂ ਹੈ ਗੱਲਬਾਤ ਦੀ। पहली गल तो यह है कि असी आवाज़ नहीं जा रही, मेरे ख्याल मेरी आवाज़ आ रही है जी? हेलो? हाँ जी, हाँ जी, बिल्कुल आ रही है ग्रेवाल साहब, आवाज़ आ रही है थोड़ी। हेलो? आ रही है, ठीक है, ठीक है। मैं पहली गल तो यह दसा जिहड़ा ये काले कानून या गोरे कानून ये कई लोगों को पता नहीं कित्थों ब्रह्म ज्ञान हुंदा कि जिस तरह श्रोमणी अकाली दल पहला कहता सी बहुत वधिया कानून ने, एकदम ही यू टर्न की ते हुण माड़े कानून ने, रद्द कर दो। पहली गल तो मैं एक दस दिना कि सरकार की नीयत के बारे जी गल करते हैं ना वो गलत है। ये उस मंशा नाल ही ना तो कितों का फेल सिस्टम लिया, ना कनेडा का सिस्टम है, ना USA का, ना किसी होर का, ये हिंदुस्तान का ही सिस्टम लिया और बहुत सोच समझ के कानून बनाए गए हैं। जे ये किसानों को कोई गलती लगती है तो साड़ी 8 मैंबरी कमेटी बनाई गई। साडा काम यही सी कि किसानों टॉकिंग टेबल ते लियाउण दा, गलबात लई तैयार करन दा। असी एक एक किसान जथेबंदी नाल 31 नाल गल कीती है, ठीक है। उन्हां नूं कहा कि भाई आपां गलबात करिए। फिर जिहड़े प्रमुख आगू सी उन्हां नाल गल होई, उन्हां ने कंसैंसस दिते, उन्हां ने कहा कि भी ठीक है जदों तक बैठणगे नहीं। फिर की होया कि भी राजनाथ सिंह जी बैठणगे, एग्रीकल्चर मिनिस्टर बैठणगे, होर भी एक दो लोगों की गल सी ते उन्होंने कहा भी उस तो पहला किसान जथेबंदियां नाल बैठ के एक चीज़ पता कर लो कि वो किहड़ी चीज़ के उपर उन्हां दे मतभेद ने, वो पता लग जाण तो आपां वो तैयारी करके फिर उन्हां नाल गल करिए। वो अपनी गलबात चों कुछ ना निकले तो क्योंकि राजनाथ सिंह जी साडे बहुत बड़े लीडर आ ते बाकी भी सारे बड़े सत्कारयोग आ ते किसान भी बहुत सत्कारयोग आ ते आपस च बैठण भी ते नतीजा कोई ना निकले, उहदा फायदा कोई नहीं है। तो उन्होंने कहा भी पहला अफसरां की ड्यूटी लाने आ कि वो किसान आगुआं नाल बैठ के वो खरड़ा तैयार कर लैन कि इहदे च की गलत है की सही है। अफसर उन्होंने समझाउणगे, वो अफसरां नूं समझाउणगे, जिथे कंसैंसस बनूगा, जिथे वो सोचणगे भी हाँ आ चीज़ ते सानूं गल करनी चाहिए ਉਹਦੇ ਤੇ ਗੱਲ ਜਿਹੜੇ ਕਰਨੀ। ਕਿਸਾਨਾਂ ਦੇ ਲੀਡਰ ਨੇ ਕਿਵੇਂ ਤੈਅ ਕੀਤੇ ਗਏ? ਮੇਰੀ ਗੱਲ ਕਿਉਂਕਿ ਅਸੀਂ ਕਿਸਾਨਾਂ ਦੇ ਲੀਡਰਾਂ ਦੀ ਵੀ ਬਿਆਨ ਸੁਣਵਾਏ ਨੇ ਆਪਣੇ ਦਰਸ਼ਕਾਂ ਨੂੰ। ਦੇਖੋ ਕਹਿ ਰਹੇ ਨੇ ਕਿ 5 ਤੋਂ 6 ਕਿਸਾਨ ਲੀਡਰਾਂ ਨੂੰ ਬਾਈ ਨੇਮ ਜਿਹੜਾ ਸੱਦਾ ਪੱਤਰ ਆਇਆ ਈਮੇਲ ਦੇ ਜ਼ਰੀਏ। ਹੁਣ ਇਹ ਅਧਿਕਾਰੀਆਂ ਨੇ 5-6 ਲੀਡਰ ਕਿਵੇਂ ਤੈਅ ਕਰ ਲਏ ਕਿ ਇਹੀ ਬਸ ਲੀਡਰ ਨੇ ਇਹੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਪੂਰੇ ਪ੍ਰੋਟੈਸਟ ਨੂੰ ਜਿਹੜਾ ਅੱਗੇ ਦੇਖ ਰਹੇ ਨੇ, ਉਹਦੀ ਰੂਪਰੇਖਾ ਤਿਆਰ ਕਰ ਰਹੇ ਨੇ? ਇਹ ਕਿਸੇ ਨੇ ਨਹੀਂ ਤੈਅ ਕੀਤੇ। ਸੁਣੋ ਆ ਜੇ ਤੁਸੀਂ ਦਿਖਾ ਸਕਦੇ ਹੋ, ਇਹ ਦਿਖਾਓ ਕਿ 31 ਦੀਆਂ 31 ਕਿਸਾਨ ਜਥੇਬੰਦੀਆਂ ਦੇ ਨੰਬਰ ਨੇ। ਇਹ ਸਾਰਿਆਂ ਨਾਲ ਗੱਲ ਕੀਤੀ, ਫਿਰ ਇਹਨਾਂ ਦੀ ਇੱਕ ਕੋਆਰਡੀਨੇਸ਼ਨ ਕਮੇਟੀ ਆ। ਉਹਨਾਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਪੰਜਾਬ ਦੇ ਵੀ ਗਏ ਸੀ, ਉੱਥੇ ਜਾ ਕੇ ਅਸੀਂ ਗੱਲ ਕੀਤੀ ਸੀ ਤੇ ਉਹਦੇ 'ਚ ਸਾਡੇ ਕਹੇ 31 ਦੇ 31 ਸੀ ਪਰ ਬੋਲੇ 5 ਹੀ ਲੋਕ ਸੀਗੇ। ਹੁਣ ਸਾਰੇ ਤਾਂ ਨਹੀਂ ਬੋਲਦੇ ਹੁੰਦੇ, 5 ਨੇ ਰਿਪਰੈਜ਼ੈਂਟ ਕੀਤਾ, 31 ਦੇ 31 ਬੈਠੇ ਰਹੇ ਤੇ ਉਹਨਾਂ ਦੀ ਸਹਿਮਤੀ ਨਾਲ ਹੀ ਬੋਲੇ। ਇਸੇ ਤਰ੍ਹਾਂ ਹੀ ਅਸੀਂ ਉੱਥੇ ਕਰਾਂਗੇ ਕਿ ਅਸੀਂ 5 ਲੋਕਾਂ ਨੇ ਗੱਲ ਰੱਖਣੀ ਹੈ ਤੇ 31 ਦੇ 31 ਜਾਣਗੇ। ਉਹ ਸਾਰਿਆਂ ਨੂੰ ਸੱਦਾ ਪੱਤਰ ਸੀ, ਖਾਲੀ ਉਹ ਨਹੀਂ ਸੀ, ਉਹ ਕੋਆਰਡੀਨੇਸ਼ਨ ਕਮੇਟੀ ਦੇ ਮਾਧਿਅਮ ਨਾਲ ਸੱਦਾ ਪੱਤਰ ਆ। ਪਰ ਉਹ ਬੈਠਣ ਦੀ ਮਨਸ਼ਾ ਇਹੀ ਸੀ ਜਿਹੜੀ ਮੈਂ ਦੱਸ ਰਿਹਾ। ਉਹਦੇ 'ਚ ਕੀ ਆ ਕਿ ਕਿਸੇ ਤਰ੍ਹਾਂ ਜੇ ਇਹਨਾਂ ਨੂੰ ਕੋਈ ਗਲਤਫਹਿਮੀ ਹੋਈ ਆ ਉਸ ਨੂੰ ਵੀ ਦੂਰ ਕਰਾਂਗੇ। ਅਸੀਂ ਦੇਖੋ ਕਿਸਾਨ ਅੰਨਦਾਤਾ, ਅਸੀਂ ਕੋਈ ਇਹ ਸੋਚ ਕੇ ਸਰਕਾਰ ਨੇ ਜਾਂ BJP ਨੇ ਕੋਈ ਕੁਛ ਨਹੀਂ ਕੀਤਾ। ਉਸ ਵੇਲੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਲੋਕਾਂ ਦੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੈਬਨਿਟ ਮਿਨਿਸਟਰ ਨੇ ਸਹਿਮਤੀ ਦਿੱਤੀ, 2.5 ਸੈਂਟ ਨੋਟ ਨਹੀਂ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਸਹਿਮਤੀ ਦਿੱਤੀ, ਟੀਵੀ ਚੈਨਲਾਂ ਤੇ ਬੋਲਦੇ ਰਹੇ ਔਰ ਕੈਪਟਨ ਅਮਰਿੰਦਰ ਸਿੰਘ ਨੇ ਸਹਿਮਤੀ ਦਿੱਤੀ ਜਿਹੜਾ ਸਤਲੁਜ ਨਹੀਂ। ਦੇਖੋ ਨਿਊਜ਼ 18 ਵੀ ਪਲੇਟਫਾਰਮ ਰੋਜ਼ਾਨਾ ਦੇਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਦੇ ਮੁੱਦੇ ਉੱਤੇ ਕਿ ਤੁਸੀਂ ਕਿਸਾਨ ਆਗੂ ਜਿਹੜੇ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਸਮਝਾ ਦਿਓ। ਹਰਫ ਚੀਮਾ ਜੀ ਬੈਠੇ ਨੇ, ਕਿਸਾਨਾਂ ਦੀ ਹਮਾਇਤ ਕਰ ਰਹੇ ਨੇ, ਪੰਧੇੜ ਸਾਹਿਬ ਬੈਠੇ ਨੇ, ਨਹੀਂ ਸਮਝਾ ਪਾ ਰਹੇ। ਸਰ BJP ਦੇ ਆਗੂ ਆਉਂਦੇ ਨੇ, ਤੁਸੀਂ ਇਹਨਾਂ ਨੂੰ ਸੰਤੁਸ਼ਟ ਕਰ ਦਿਓ ਕਿ ਜਿਹੜੇ ਬਿੱਲ ਹੈਗੇ ਨੇ ਕਿਸਾਨਾਂ ਦੇ ਪੱਖ ਦੇ ਵਿੱਚ ਨੇ। ਪੰਧੇੜ ਸਾਹਿਬ ਤਾਂ ਬਹੁਤ ਕਲੀਅਰ ਸ਼ਬਦਾਂ 'ਚ ਕਹਿੰਦੇ ਨੇ ਕਿ ਸਾਨੂੰ ਕੋਈ ਖਦਸ਼ਾ ਨਹੀਂ, ਅਸੀਂ ਯਕੀਨ ਦੇ ਨਾਲ ਕਹਿੰਦੇ ਹਾਂ ਕਿ ਸਾਡੇ ਖਿਲਾਫ ਹੈ, ਕਿਸਾਨਾਂ ਦੇ ਖਿਲਾਫ ਹੈ ਬਿੱਲ। ਅਸੀਂ ਅਰੇ ਭਾਈ ਇਹ ਇੱਕ ਮਿੰਟ ਗੱਲ ਸੁਣੋ ਜੀ। ਅਸੀਂ 1 ਮਿੰਟ 'ਚ ਇਹਦੇ ਤੇ ਬੈਠ ਕੇ ਆਪਣੇ ਚੈਨਲ ਤੇ ਘੱਟ ਟਾਈਮ ਹੁੰਦੇ ਆ ਸਾਰਿਆਂ ਤੇ ਹੀ, ਸਾਡੇ ਨਾਲ ਆਮਣੇ ਸਾਹਮਣੇ ਬੈਠਣ, ਸਾਨੂੰ ਆਪਦੇ ਕੋਲ ਬੁਲਾ ਲੈਣ ਜਾਂ ਸਾਡੇ ਕੋਲ ਆ ਜਾਣ। ਅਸੀਂ ਤਾਂ ਇਹੀ ਗੱਲਾਂ ਕਹਿੰਦੇ ਆ।
चलो ठीक है, वैलिड पॉइंट है, ठीक है, वैलिड पॉइंट है कि बहुत तफसीर होती है कानून दी या कहिए कि ਜਿਹੜੇ ਨਵੇਂ ਕਾਨੂੰਨ ਬਣਾਏ, ठीक है, वैलिड पॉइंट है। मैं एक रिएक्शन लेना पंदेड़ साहब तो, मैं पंदेड़ साहब तो रिएक्शन लेना। पंदेड़ साहब ਜਿਹੜੀ ਉਹ ਗੱਲ ਕਹਿ ਰਹੇ ਨੇ, ਤੁਸੀਂ ਕਹਿ ਰਹੇ ਹੋ ਕਿ ਯਕੀਨ ਹੈ ਸਾਨੂੰ ਜਿਹੜਾ ਇਹ ਕਾਨੂੰਨ ਬਣਿਆ ਸਾਡੇ ਖਿਲਾਫ, ਉਹ ਕਹਿ ਰਹੇ ਕਿ ਆਓ ਤਾਂ ਸਹੀ ਬੈਠੋ, ਤੁਸੀਂ ਗੱਲਬਾਤ ਕਰੋ, ਕਿਉਂ ਨਹੀਂ ਗੱਲਬਾਤ ਕਰਦੇ ਤੁਸੀਂ? ਉਹ ਕਹਿੰਦੇ ਨੇ ਕਿ ਅਧਿਕਾਰੀਆਂ ਨਾਲ ਪਹਿਲਾਂ ਦੇਖੋ, ਹਰ ਗੱਲਬਾਤ ਦਾ ਇੱਕ ਫਾਰਮ ਇਹੀ ਹੁੰਦਾ ਕਿ ਇੱਕ ਫਾਰਮੈਟ ਹੁੰਦਾ, ਤੁਸੀਂ ਪਹਿਲਾਂ ਅਧਿਕਾਰੀਆਂ ਨਾਲ ਗੱਲ ਹੋਏਗੀ, ਉਸ ਤੋਂ ਬਾਅਦ ਵੱਡੇ ਅਧਿਕਾਰੀਆਂ ਨਾਲ, ਫਿਰ ਉਸ ਤੋਂ ਬਾਅਦ ਤੁਹਾਡੀ ਖੇਤੀਬਾੜੀ ਮੰਤਰੀ ਨਾਲ ਨਹੀਂ ਗੱਲ ਬਣਦੀ, ਪ੍ਰਧਾਨ ਮੰਤਰੀ ਤੱਕ ਪੌੜੀ ਦਾ ਪੌੜੀ ਕੰਮ ਚੱਲਦਾ ਰਹੇਗਾ ਨਾ। ਪੰਦੇੜ ਸਾਹਿਬ ਤੁਸੀਂ ਬਿਲਕੁਲ ਹੀ ਡਿਨਾਈ ਕਰ ਦੋ ਕਿ ਨਹੀਂ ਜੀ ਅਸੀਂ ਤਾਂ ਗੱਲ ਕਰਨੀ ਨਹੀਂ, ਉਹ ਤੁਹਾਨੂੰ ਲੱਗਦਾ ਕਿ ਠੀਕ ਹੈ? ਨਹੀਂ, ਕਦੀ ਵੀ ਕਿਸਾਨ ਜਥੇਬੰਦੀਆਂ ਨੇ ਨਾ ਅਸੀਂ ਕਦੀ ਡਿਨਾਈ ਕੀਤਾ ਵੀ ਗੱਲਬਾਤ ਕਰਨੀ ਨਹੀਂ। ਵੇਖੋ ਕਿਵੇਂ ਸਿਆਸਤ ਨੂੰ ਭਾਰੀ ਕਰਦੇ, ਗੱਲਬਾਤ ਤਾਂ ਕਿਸਾਨ ਬੈਠੇ ਆ, ਕਿਵੇਂ ਅਕਾਲੀ ਦਲ ਤੇ ਅਟੈਕ ਕਰਦੇ ਜਿਹੜੇ ਸਾਂਝੇ ਰਹੇ ਪਹਿਲੋਂ, ਮਤਲਬ ਸਿਆਸੀਕਰਨ ਕਿਵੇਂ ਕਰਦੇ ਆ। ਮੇਰੀ ਗੱਲ ਤਾਂ ਵੇਖੋ ਮੀਡੀਆ ਤੇ ਓਪਨਲੀ ਇਹ ਓਪਨਲੀ ਆਇਆ ਬੀਜੇਪੀ ਦੇ ਪ੍ਰਾਈਮ ਮਿਨਿਸਟਰ ਦਾ ਵੀ ਕਿਸਾਨਾਂ ਨੂੰ ਆਜ਼ਾਦੀ ਦੇ ਦਿੱਤੀ ਜਿੱਥੇ ਮਰਜ਼ੀ ਫਸਲ ਲੈਣਾ। ਅਸੀਂ ਓਪਨਲੀ ਕਿਹਾ ਵੀ APMC ਐਕਟ ਕੱਢ ਕੇ ਵੇਖ ਲਓ, ਕੱਲੀ ਕੱਲੀ ਗੱਲ ਤੇ ਚਰਚਾ। ਉਹਦੇ 'ਚ 1970 'ਚ ਸਾਨੂੰ ਆਜ਼ਾਦੀ ਮਿਲੀ ਹੋਈ ਹੈ, ਇਹਨਾਂ ਦੀ ਗੱਲ ਝੂਠ ਸਾਬਤ ਹੋਈ, ਇਹ ਸੱਚ ਨਹੀਂ ਸਾਬਤ ਹੋਈ। ਦੂਸਰਾ ਇਹ ਕਹਿੰਦੇ ਵੀ ਪ੍ਰਾਈਵੇਟ ਪਲੇਅਰ ਆ ਜਾਣਗੇ ਤਾਂ ਲੋਕਾਂ ਨੂੰ ਵੱਧ ਮੁਨਾਫਾ ਮਿਲੂ। ਅਸੀਂ ਦਲੀਲ ਦਿੱਤੀ ਵੀ ਕੁੱਲ ਦੇਸ਼ ਦੇ ਵਿੱਚ 6% ਹੀ ਸਰਕਾਰੀ ਖਰੀਦ ਹੁੰਦੀ ਆ, ਬਾਕੀ 94% ਪ੍ਰਾਈਵੇਟ ਖਰੀਦ ਹੁੰਦੀ ਆ। ਉਹਨਾਂ ਕਿਸਾਨਾਂ ਦਾ ਹਾਲ ਠੀਕ ਹੈ, ਪਹਿਲਾਂ ਇਹ ਦੱਸਣ ਜਵਾਬ ਦੇਣ ਤਾਂ, ਕਿਉਂਕਿ ਦਾਲਾਂ ਤੇ ਤੇਲ ਬੀਜਾਂ ਤੇ ਮੱਕੀ ਤੇ ਸਬਸਿਡੀ MSP ਲਾਉਂਸ ਜਾਂਦੀ ਹੁੰਦੀ ਪਰ ਖਰੀਦ ਨਹੀਂ ਹੁੰਦੀ। ਜਿਹੜੇ 94% ਪ੍ਰਾਈਵੇਟ ਖੇਤਰ ਦੇ ਵਿੱਚ ਵੇਚ ਰਹੇ ਆ ਫਸਲਾਂ, ਜੇ ਤਾਂ ਉਹਨਾਂ ਦੇ ਸਿਰ ਤੇ ਕਰਜ਼ਾ ਨਹੀਂਗਾ, ਉਹਨਾਂ ਦਾ ਹਾਲ ਵਧੀਆ ਵਾ, ਤਾਂ ਫਿਰ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੱਲ ਠੀਕ ਆ। ਹਾਂ, ਕੋਈ ਦੁਨੀਆ ਦੀ ਇੱਕ ਐਗਜ਼ਾਮਪਲ ਗਰੇਵਾਲ ਸਾਹਿਬ ਔਨ ਚੈਨਲ ਤੇ ਦੇ ਦੇਣ ਵੀ ਪ੍ਰਾਈਵੇਟ ਪਲੇਅਰਾਂ ਨੇ ਕਦੀ ਦੇਸ਼ ਦੇ ਕਿਸੇ ਖਿੱਤੇ 'ਚ ਵਰਲਡ 'ਚ ਕੋਈ ਫਾਇਦਾ ਪਹੁੰਚਾਇਆ ਹੋਵੇ। ਸਾਡਾ ਮੰਨਣਾ ਵੀ ਪ੍ਰਾਈਵੇਟ ਬੰਦਾ ਕਾਰਪੋਰੇਟ ਘੱਟ ਕੀਮਤ ਤੇ ਸਾਥੋਂ ਫਸਲ ਲਊਗਾ ਤੇ ਆਪਣਾ ਮੁਨਾਫਾ ਕੱਢ ਕੇ ਵੱਧ ਕੀਮਤ ਤੇ ਬਾਜ਼ਾਰ ਦੇ ਵਿੱਚ ਉਪਭੋਗਤਾ ਦੀ ਲੁੱਟ ਕਰੂਗਾ। ਇਹ ਦੁਨੀਆ ਦਾ ਸੱਚ ਆ, ਇਹ ਉੱਤੇ ਬੋਲਦੇ ਨਹੀਂ। ਦੂਜਾ APMC ਐਕਟ ਜਿਹੜਾ ਕਾਨੂੰਨ ਲੈ ਰਹੇ ਉਹ 'ਚ ਐਕਟ 'ਚ ਸਾਫ਼ ਲਿਖਿਆ ਵੀ ਜੇ ਕਾਨੂੰਨ ਲਾਗੂ ਹੋ ਜੂ ਤੇ ਜਿਹੜੇ ਸਟੇਟਾਂ ਦੇ APMC ਐਕਟ ਆ ਉਹਨਾਂ ਦੀਆਂ ਤਾਕਤਾਂ ਖਤਮ ਹੋ ਜਾਣਗੀਆਂ। ਖੇਤੀ ਦਾ ਵਿਸ਼ਾ ਸੂਬਿਆਂ ਦਾ ਸੀਗਾ, ਉਹ ਕੇਂਦਰ ਦਾ ਬਣਾ ਦਿੱਤਾ। ਜਿਹੜੇ ਸਟੇਟਾਂ ਦੇ ਰੈਵਨਿਊ ਸੀ ਉਹਨੂੰ ਖਾ ਗਏ। ਇਹ ਗੱਲਾਂ ਮੈਂ ਓਪਨਲੀ ਬੋਲ ਰਿਹਾ, ਉਹ 'ਚ ਲਿਖੀਆਂ ਹੋਈਆਂ। ਗਰੇਵਾਲ ਸਾਹਿਬ ਹਿੰਮਤ ਕਰਨ, ਆਪਣੇ ਚੈਨਲ, ਸਾਨੂੰ ਤਾਂ ਚੈਨਲ ਟਾਈਮ ਨਹੀਂ ਦੇਣਗੇ, ਇਹ ਸੱਦ ਲੈਣ, ਕੱਲੀ ਕੱਲੀ ਲਾਈਨ ਪੜ੍ਹਦੇ ਨੇ ਇਹਨਾਂ ਸਾਹਮਣੇ, ਡਿਬੇਟ ਹੋ ਜੇ ਚੈਨਲਾਂ ਤੇ ਵੀ ਇਹਨਾਂ ਦੀ ਗੱਲ ਸਹੀ ਕਿ ਸਾਡੀ ਗੱਲ ਸਹੀ। ਮੈਂ ਮਾਫੀ ਚਾਹੁੰਦਾ ਨਹੀਂ, ਗੱਲਬਾਤ ਛੋਟੇ ਜਿਹੇ ਇੱਥੇ ਬ੍ਰੇਕ ਲੈਣਾ ਪੈਣਾ, ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਇਸੇ ਪੁਆਇੰਟ ਦੇ ਉੱਤੇ ਵਾਪਸ ਆਉਂਗਾ, ਮੈਂ ਇਸੇ ਪੁਆਇੰਟ ਤੇ ਵਾਪਸ ਆਉਂਗਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ। ਮੈਂ ਹਰਫ ਮਜੀਦ ਦੇ ਕੋਲ ਵੀ ਜਾਊਂਗਾ, ਉਹ ਵੀ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਦੇਖੋ, ਸਮਝਣ ਦੀ ਕੋਸ਼ਿਸ਼ ਅਸੀਂ ਵੀ ਕਰ ਰਹੇ ਹਾਂ, ਕਿਸਾਨ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਗਰੇਵਾਲ ਸਾਹਿਬ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਬੀਜੇਪੀ ਦੇ ਨੁਮਾਇੰਦਿਆਂ ਤੱਕ ਸਿੱਧੀ ਗੱਲ ਪਹੁੰਚੇ ਤੇ ਉਹਨਾਂ ਦੇ ਜ਼ਰੀਏ ਸਰਕਾਰ ਤੱਕ ਵੀ ਗੱਲ ਪਹੁੰਚੇ ਕਿ ਕਿਸਾਨ ਕਿਹੜੇ ਪੁਆਇੰਟਸ ਦੇ ਉੱਤੇ ਇਸ ਸਮੇਂ ਜਿਹੜੇ ਖਦਸ਼ੇ ਜਤਾ ਰਹੇ ਨੇ ਜਾਂ ਉਹਨਾਂ ਨੂੰ ਲੱਗ ਰਿਹਾ ਕਿ ਇਹ ਸਾਡੇ ਖਿਲਾਫ ਨੇ, ਕਿਸਾਨਾਂ ਦੇ ਖਿਲਾਫ ਨੇ। ਮੈਂ ਇਸੇ ਗੱਲਬਾਤ ਨੂੰ ਅੱਗੇ ਵਧਾਵਾਂਗਾ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਸਾਡੇ ਨਾਲ ਬਣੇ ਰਹੋ, ਚਰਚਾ ਬ੍ਰੇਕ ਦੇ ਉਸ ਪਾਰ ਵੀ ਜਾਰੀ ਹੈ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਕਿਸਾਨਾਂ ਦੀ ਕੇਂਦਰ ਦੇ ਨਾਲ ਗੱਲਬਾਤ। ਜੋ ਸੱਦਾ ਦਿੱਤਾ ਗਿਆ ਸੀ ਉਹ ਫਿਲਹਾਲ ਦੇ ਲਈ ਠੁਕਰਾ ਦਿੱਤਾ ਗਿਆ ਹੈ, ਯਾਨੀ ਕਿ ਕਿਸਾਨ ਫਿਲਹਾਲ ਕੇਂਦਰ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਨਹੀਂ ਕਰਨਗੇ। ਇਸ ਮੁੱਦੇ ਨਾਲ ਹੀ ਜੁੜਿਆ ਹੋਇਆ ਅਸੀਂ ਅੱਜ ਸਵਾਲ ਆਪਣੇ ਦਰਸ਼ਕਾਂ ਨੂੰ ਪੁੱਛ ਰਹੇ ਹਾਂ। ਤੁਸੀਂ ਵੀ ਸਾਡੇ ਨਾਲ ਜੁੜੋ, ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਓ। ਸਾਡਾ ਅੱਜ ਦਾ ਸਵਾਲ ਹੈ ਕਿ ਕਿਸਾਨਾਂ ਵੱਲੋਂ ਕੇਂਦਰ ਦੀ ਗੱਲਬਾਤ ਦੇ ਸੱਦੇ ਨੂੰ ਠੁਕਰਾਉਣ ਦਾ ਫੈਸਲਾ ਸਹੀ ਹੈ? ਤੁਹਾਨੂੰ ਕੀ ਲੱਗਦਾ ਹੈ ਕਿ ਇਹ ਫੈਸਲਾ ਸਹੀ ਹੈ ਜੋ ਗੱਲਬਾਤ ਦਾ ਸੱਦਾ ਠੁਕਰਾ ਦਿੱਤਾ ਗਿਆ? ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਫੈਸਲਾ ਸਹੀ ਹੈ ਤਾਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਫੈਸਲਾ ਸਹੀ ਨਹੀਂ ਹੈ, ਗੱਲਬਾਤ ਹੋਣੀ ਚਾਹੀਦੀ ਸੀ, ਤਾਂ News18 ਸਪੇਸ ਦੇ ਕੇ PHH ਸਪੇਸ ਦੇ ਕੇ N ਲਿਖੋ ਤੇ ਇਸ ਨੂੰ ਭੇਜ ਦਿਓ 5667 ਦੇ ਉੱਤੇ 5667 ਦੇ ਉੱਤੇ। ਅਸੀਂ ਤੁਹਾਡੀ ਰਾਏ ਇਸ ਬੁਲੇਟਿਨ ਦੇ ਆਖਿਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ। ਮੈਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਦੇ ਲਈ ਇੱਥੇ ਰੁਕ ਰਿਹਾ, ਵਾਪਸ ਆਵਾਂਗਾ ਫੌਰਨ, ਗੱਲਬਾਤ ਨੂੰ ਅਸੀਂ ਅੱਗੇ ਤੋਰਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ। ਅੱਜ ਅਸੀਂ ਚਰਚਾ ਕਿਸਾਨਾਂ ਦੇ ਮੁੱਦੇ ਉੱਤੇ ਕਰ ਰਹੇ ਹਾਂ। ਕੇਂਦਰ ਦੇ ਵੱਲੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਕਿਸਾਨ ਆਗੂਆਂ ਦੇ ਵੱਲੋਂ ਠੁਕਰਾ ਦਿੱਤਾ ਗਿਆ ਹੈ। ਕਿਸਾਨ ਆਗੂ ਕਹਿ ਰਹੇ ਨੇ ਕਿ ਮਾਹੌਲ ਮੁਫੀਦ ਨਹੀਂ ਹੈ, ਜਿਵੇਂ ਗੱਲਬਾਤ ਹੋਣੀ ਚਾਹੀਦੀ ਉਸ ਤਰੀਕੇ ਨਾਲ ਨਹੀਂ ਹੋ ਰਹੀ ਜਾਂ ਉਸ ਤਰੀਕੇ ਦਾ ਸੱਦਾ ਨਹੀਂ ਸੀ। ਸਰਕਾਰ ਦੇ ਆਪਣੇ ਤਰਕ, ਉਹਨਾਂ ਦੇ ਨੁਮਾਇੰਦੇ ਆਪਣੇ ਤਰਕ ਦੇ ਰਹੇ ਨੇ। ਮਹਿਮਾਨ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ। ਇਸ ਸੈਗਮੈਂਟ ਦੀ ਸ਼ੁਰੂਆਤ ਹਰਫ ਚੀਮਾ ਜੀ ਮੈਂ ਤੁਹਾਡੇ ਤੋਂ ਕਰਨ ਜਾ ਰਿਹਾ, ਉਸ ਤੋਂ ਬਾਅਦ ਮੈਂ ਗਰੇਵਾਲ ਸਾਹਿਬ ਕੋਲ ਜਾਊਂਗਾ, ਰਿਐਕਸ਼ਨ ਲਵਾਂਗੇ ਜੋ ਬ੍ਰੇਕ ਤੋਂ ਪਹਿਲਾਂ ਪੰਦੇੜ ਸਾਹਿਬ ਜ਼ਿਕਰ ਕਰ ਰਹੇ ਸੀ। ਹਰਫ ਜੀ, ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਮੈਂ ਇਹ ਸਮਝਣਾ ਚਾਹਾਂਗਾ ਕਿ ਪੰਜਾਬੀ ਇੰਡਸਟਰੀ, ਪੰਜਾਬੀ ਕਲਾਕਾਰਾਂ ਦਾ ਅੱਗੇ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਸਮਰਥਨ ਜਾਰੀ ਰਹੇਗਾ? ਕਿ ਗੱਲਬਾਤ ਦੇ ਵਿੱਚ ਵੀ ਸ਼ਾਮਲ ਹੋਵੋਗੇ ਤੁਸੀਂ ਜਾਂ ਫਿਰ ਜੋ ਰੂਪਰੇਖਾ ਬਣਦੀ ਹੈ ਪ੍ਰਦਰਸ਼ਨਾਂ ਤੱਕ ਹੀ ਪੰਜਾਬੀ ਕਲਾਕਾਰਾਂ ਦੀ ਭੂਮਿਕਾ ਸੀਮਿਤ ਹੈ? ਮੇਰਾ ਸਵਾਲ ਜੇਕਰ ਤੁਸੀਂ ਸਮਝੋ, ਮੈਂ ਇਹੀ ਜਾਣਨਾ ਚਾਹੁੰਦਾ ਕਿ ਜਦੋਂ ਗੱਲਬਾਤ
ਦੀ ਵਾਰੀ ਆਏਗੀ, ਚਾਹੇ ਸੈਂਟਰ ਦੇ ਨਾਲ ਹੋਵੇ, ਚਾਹੇ ਸਟੇਟ ਦੇ ਜਾਂ ਕਿਸੇ ਵੀ ਨੁਮਾਇੰਦੇ ਦੇ ਨਾਲ ਹੋਵੇ, ਉੱਥੇ ਵੀ ਪੰਜਾਬੀ ਕਲਾਕਾਰ ਨਜ਼ਰ ਆਉਣਗੇ ਜਾਂ ਫਿਰ ਸਿਰਫ ਧਰਨੇ ਪ੍ਰਦਰਸ਼ਨਾਂ ਤੱਕ ਹੀ ਪੰਜਾਬੀ ਕਲਾਕਾਰ ਸੀਮਿਤ ਨੇ? ਦੇਖੋ ਜੀ, ਤੁਸੀਂ ਜਿਹੜੀ ਗੱਲ ਕੀਤੀ ਆ ਬਿਲਕੁਲ ਪਤਾ ਕੀ ਹੁੰਦਾ, ਜਿਹੜੇ ਕਲਾਕਾਰ ਨੇ ਉਹ ਬਣਾਏ ਹੁੰਦੇ ਨੇ ਲੋਕਾਂ ਦੇ, ਹਨਾ। ਜਦੋਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਆ ਤਾਂ ਜਿੱਥੇ ਕਿਸਾਨਾਂ ਦੇ ਦੁੱਖ ਦਰਦ ਨੇ, ਸਾਡੇ ਨਾਲ ਵੀ ਜੁੜੇ ਦੁੱਖ ਦਰਦ ਨੇ, ਕਿਉਂਕਿ ਅਸੀਂ ਵੀ ਕਿਸਾਨਾਂ ਦੀ ਧੀ ਪੁੱਤ ਆ ਨਾ, ਪਹਿਲੀ ਗੱਲ ਤਾਂ। ਫਿਰ ਜਿਹੜੀਆਂ ਕੁਝ ਕੁ ਚੀਜ਼ਾਂ ਸਾਡੇ ਮਨ ਦੇ ਵਿੱਚ ਸ਼ੰਕੇ ਨੇ, ਉਹ ਇਸ ਚੀਜ਼ ਨੂੰ ਲੈ ਕੇ ਨੇ ਵੀ ਜਦੋਂ ਪੂੰਜੀਵਾਦ ਮਾਡਲ ਜਿਹੜੇ ਆਉਣਗੇ ਨਾ ਖੇਤੀ ਦੇ ਵਿੱਚ, ਤਾਂ ਸਮਾਜਵਾਦ ਨੂੰ ਢਾਹ ਬਿਲਕੁਲ ਲੱਗੂਗੀ ਨਾ। ਸੋ ਇਹ ਚੀਜ਼ ਬਿਲਕੁਲ ਕਲੀਅਰ ਕੱਟ ਆ, ਇਸ ਚੀਜ਼ ਦੇ ਵਿੱਚ ਕੋਈ ਦੋ ਰਾਏ ਨਹੀਂ। ਉਸ ਤੋਂ ਬਾਅਦ ਜੇ ਸਾਡਾ GDP ਘਟ ਰਹੀ ਆ ਸਾਡੇ ਦੇਸ਼ ਦੀ, ਨਾ, ਤੇ ਐਗਰੀਕਲਚਰ ਇੱਕ ਇਦਾਂ ਦੀ ਮਤਲਬ ਐਗਰੀਕਲਚਰ ਆ ਸਿਰਫ ਉਹਦਾ 3% 4% ਗਰੋਥ ਹੋ ਰਹੀ ਹੈ ਨਾ, ਤੇ ਮੈਨੂੰ ਲੱਗਦਾ ਵੀ ਪਿਛਲਾ ਢਾਂਚਾ ਬਦਲਣ ਦੀ ਲੋੜ ਨਹੀਂ ਹਲੇ ਤਾਂ, ਨਾ। ਤੇ ਜੇ ਇਹ ਢਾਂਚਾ ਬਦਲਿਆ ਜਾ ਰਿਹਾ ਤੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਸਾਰਾ ਕੁਝ ਜਾਊਗਾ, ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿਹੜਾ ਛੋਟਾ ਕਿਸਾਨ ਆ, ਜਿਹੜਾ 2.5 ਕਿੱਲਿਆਂ ਵਾਲਾ 5 ਕਿੱਲਿਆਂ ਵਾਲਾ, ਤੇ ਉਹਦੇ ਲਈ ਬਹੁਤ ਔਖਾ ਹੋ ਜਾਣਾ ਸਰਵਾਈਵਲ। ਤੇ ਰਹੀ ਗੱਲ ਸਾਡੇ ਜਾਣ ਦੀ ਰੂਪਰੇਖਾ ਦੀ, ਸਾਡਾ ਦੁੱਖ ਦਰਦ ਲੋਕਾਂ ਦੇ ਨਾਲ ਹੀ ਆ ਜੀ। ਤੇ ਸਾਨੂੰ ਫਿਲਹਾਲ ਦੀ ਘੜੀ ਸਭ ਤੋਂ ਵਧੀਆ ਸੋਰਸ ਇਹੀ ਲੱਗਦਾ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹੀ ਕਿਸਾਨਾਂ ਦੀ ਲੜਾਈ ਲੜਨ, ਤੇ ਅਸੀਂ ਉਹਨਾਂ ਦੇ ਨਾਲ ਹੀ ਜੋ ਵੀ ਉਹਨਾਂ ਦੀ ਘੜੀ ਹੋਈ ਰੂਪਰੇਖਾ ਹੋਊਗੀ ਉਸੇ ਤਰ੍ਹਾਂ ਇਹਦੇ ਵਿੱਚ ਚੱਲਾਂਗੇ। ਠੀਕ ਹੈ ਹਰਬ ਜੀ, ਮੈਂ ਇੱਕ ਹੋਰ ਤੁਹਾਡੇ ਤੋਂ ਛੋਟਾ ਜਿਹਾ ਰਿਐਕਸ਼ਨ ਲੈ ਲਵਾਂ। ਦੇਖੋ, ਹਰ ਸੰਘਰਸ਼ ਜਾਂ ਕੋਈ ਵੀ ਮੂਵਮੈਂਟ ਹੁੰਦੀ ਹੈ ਉਹ ਕਮਜ਼ੋਰ ਤਾਂ ਹੀ ਹੁੰਦੀ ਹੈ ਜੇ ਧੜੇਬੰਦੀ ਹੋ ਜਾਵੇ, ਕਿ ਇੱਕ ਏਕਾ ਨਾ ਰਹੇ ਜਾਂ ਇੱਕ ਹੋ ਕੇ ਨਾ ਚੱਲ ਸਕੇ, ਤਾਂ ਉੱਥੇ ਹੀ ਦਿੱਕਤ ਆਉਂਦੀ ਹੈ। ਕਿ ਕਿਸਾਨਾਂ ਦੇ ਨਾਲ ਪੰਜਾਬੀ ਇੰਡਸਟਰੀ ਇਕਮੁੱਠ ਹੋ ਕੇ ਖੜੀ ਹੈ? ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਪਿਛਲੇ ਕੁਝ ਦਿਨਾਂ 'ਚ ਸੁਣਨ ਨੂੰ ਮਿਲੀਆਂ ਨੇ। ਕੁਝ ਕਲਾਕਾਰ ਵੱਖਰੀ ਗੱਲ ਕਰਦੇ ਨੇ, ਦੀਪ ਸਿੱਧੂ ਨੂੰ ਲੈ ਕੇ ਗੱਲ ਹੁੰਦੀ ਹੈ, ਜਾਂ ਕਹੀਏ ਕਿ ਅਲੱਗ-ਅਲੱਗ ਕਲਾਕਾਰਾਂ ਨੂੰ, ਮੈਂ ਕਿਸੇ ਦਾ ਨਾਮ ਵੀ ਨਾ ਲਵਾਂ ਜੇ, ਤਾਂ ਉਹ ਵੀ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ। ਕਿ ਪੰਜਾਬੀ ਕਲਾਕਾਰ ਇਕਜੁੱਟ ਨੇ? ਬਿਲਕੁਲ ਇਕਜੁੱਟ ਨੇ ਜੀ, ਪੰਜਾਬੀ ਕਲਾਕਾਰ ਨੇ ਸਾਰੇ। ਤੇ ਇਹ ਕੁਝ ਕੁ ਚੀਜ਼ਾਂ ਦੇ ਕਈ ਵਾਰੀ ਕੀ ਹੁੰਦਾ ਵੀ ਤੁਹਾਡੇ ਕਿਸੇ ਨਾਲ ਵਿਚਾਰਕ ਮਤਭੇਦ ਹੋ ਜਾਂਦੇ ਨੇ ਕਿਸੇ ਚੀਜ਼ ਨੂੰ ਲੈ ਕੇ। ਸੋ ਇਹ ਚੀਜ਼ ਕਹਿਣਾ ਮੈਨੂੰ ਲੱਗਦਾ ਵੀ ਮੁਨਾਸਿਬ ਨਹੀਂ ਵੀ ਉਹਦੇ ਨਾਲ ਤੁਹਾਡੇ ਨਾਲ ਕੋਈ ਬੰਦਾ ਜੁਦਾ ਹੋ ਜਾਂਦਾ ਨਾ। ਸੋ ਕਿਸੇ ਦਾ ਜੇ ਰਾਹ ਵੱਖ ਆ ਤੇ ਮੰਜ਼ਿਲ ਇੱਕ ਆ, ਮੈਨੂੰ ਲੱਗਦਾ ਵੀ ਫਿਰ ਲੜਾਈ ਇੱਕੋ ਹੀ ਆ ਸਾਰਿਆਂ ਦੀ, ਹੈ ਨਾ। ਤੇ ਕਿਸੇ ਦੇ ਕਿਸੇ ਨਾਲ ਵਿਚਾਰਕ ਮਤਭੇਦ ਹੋ ਸਕਦੇ ਨੇ। ਸੋ ਉਹ ਕੋਈ ਬਾਹਲੀ ਵੱਡੀ ਗੱਲ ਨਹੀਂ, ਮੈਟਰ ਨਹੀਂ ਕਰਦਾ ਜੀ ਉਹ ਬਹੁਤ। ਚਲੋ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਗਰੇਵਾਲ ਸਾਹਿਬ ਦਾ ਰੁਖ ਕਰਦਾ। ਗਰੇਵਾਲ ਸਾਹਿਬ ਜੋ ਬ੍ਰੇਕ ਤੋਂ ਪਹਿਲਾਂ ਪੰਦੇੜ ਸਾਹਿਬ ਜ਼ਿਕਰ ਕਰ ਰਹੇ ਸੀ, ਉਹਨਾਂ ਨੇ ਜਿਹੜੇ ਕਾਨੂੰਨ ਨੇ ਉਹਦੀਆਂ 2-4 ਗੱਲਾਂ ਰੱਖੀਆਂ। ਦੇਖੋ, ਇੱਕ ਤਾਂ ਬਹੁਤ ਸਿੰਪਲ ਗੱਲ ਹੈ, ਉਹ ਹਰ ਕਿਸੇ ਨੂੰ ਸਮਝ ਆ ਰਹੀ ਹੋਏਗੀ। ਕਿਸੇ ਨੂੰ ਖੇਤੀ ਕਾਨੂੰਨ ਦਾ ਪਤਾ ਹੈ, ਨਹੀਂ ਪਤਾ, ਉਹ ਇੱਕ ਅਲੱਗ ਇਸ਼ੂ ਹੈ। ਇੱਕ ਚੀਜ਼ ਤਾਂ ਹਰ ਕਿਸੇ ਨੂੰ ਪਤਾ ਹੈ ਕਿ ਕੋਈ ਪ੍ਰਾਈਵੇਟ ਪਲੇਅਰ ਆਏਗਾ ਤੇ ਉਹ ਜਦੋਂ ਫਸਲ ਲਏਗਾ, ਅੱਗੇ ਵੇਚੇਗਾ, ਆਪਣਾ ਮੁਨਾਫਾ ਤਾਂ ਕਮਾਏਗਾ ਹੀ ਕਮਾਏਗਾ। ਅਸੀਂ ਆ ਵੀ ਦੇਖਿਆ ਆਮ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਕਿ ਜਦੋਂ ਵੱਡੇ ਕਾਰਪੋਰੇਟਸ ਆਉਂਦੇ ਨੇ ਤਾਂ ਉਹ ਵੱਧ ਮੁਨਾਫਾ ਵੀ ਕਮਾ ਕੇ ਕਈ ਵਾਰ ਲੈ ਜਾਂਦੇ ਨੇ। ਉਸ ਨੂੰ ਕਿਵੇਂ ਟੈਕਲ ਕਰੇਗੀ? ਤੁਸੀਂ ਇਹ ਵੀ ਚੀਜ਼ਾਂ ਦੇਖੋ। ਤੇ ਦੂਜਾ ਮੈਂ ਇਹ ਵੀ ਸਮਝਣਾ ਚਾਹੁੰਦਾ ਕਿ BJP ਆਪਣੇ ਨਾਲ ਪੰਜਾਬ ਦੇ ਵਿੱਚ ਕੋਈ ਸ਼ਖਸ ਕਿਉਂ ਨਹੀਂ ਲਿਆ ਪਾ ਰਹੀ? ਕੋਈ ਜਥੇਬੰਦੀ ਕਿਉਂ ਤੁਹਾਡੇ ਨਾਲ ਨਹੀਂ ਆ ਰਹੀ? ਕਲਾਕਾਰਾਂ ਚੋਂ ਹੀ ਕਿਸੇ ਨੂੰ ਬਣਾ ਲਓ ਕਿ ਕੋਈ ਕਲਾਕਾਰ ਤੁਹਾਡੇ ਨਾਲ ਆ ਕੇ ਖੜੇ ਹੋ ਜਾਣ, ਜਿਹੜੇ ਅੱਜ ਕਿਸਾਨਾਂ ਦੇ ਨਾਲ ਖੜੇ ਨੇ। ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਨਹੀਂ, ਤੁਹਾਡੇ ਭਾਈਵਾਲ ਤੁਹਾਨੂੰ ਛੱਡ ਕੇ ਚਲੇ ਗਏ। ਤੁਸੀਂ ਵੀ ਗਰੇਵਾਲ ਸਾਹਿਬ ਲਗਾਤਾਰ ਦਾਅਵਾ ਕਰ ਰਹੇ ਹੋ ਕਿ ਕਿਸਾਨ ਹਿਤੈਸ਼ੀ ਹੈ, ਪਰ ਜਦੋਂ ਤੱਕ ਕੁਨਬਾ ਨਹੀਂ ਨਾ ਵੱਧਦਾ ਸਮਰਥਨ ਵਾਲਿਆਂ ਦਾ, ਉਦੋਂ ਤੱਕ ਤਾਂ ਲੋਕਾਂ ਤੱਕ ਗੱਲ ਪਹੁੰਚਾਉਣੀ ਤੁਹਾਨੂੰ ਨਹੀਂ ਲੱਗਦਾ ਕਿ ਔਖੀ ਹੋਏਗੀ ਗਰੇਵਾਲ ਸਾਹਿਬ? ਐਸੀ ਕੋਈ ਗੱਲ ਨਹੀਂ, ਕੁਨਬਾ ਬਹੁਤ ਵਧੇਗਾ, ਉਹ ਸਮੇਂ ਦੇ ਨਾਲ ਹੁੰਦਾ, ਦੇਖਦੇ ਰਹੋ। ਅਜੇ ਅਸੀਂ ਕੁਨਬਾ ਖੁਦ ਹੀ ਨਹੀਂ ਵਧਾ ਰਹੇ ਔਰ ਥੋੜਾ ਸਮਾਂ ਲੱਗੇਗਾ। ਭਾਰਤੀ ਜਨਤਾ ਪਾਰਟੀ ਪੰਜਾਬ ਦੀ ਇੱਕ ਮਜ਼ਬੂਤ ਧਿਰ ਹੋਏਗੀ ਔਰ ਸਾਰੇ ਸਮਾਜ ਦੇ ਵਰਗਾਂ 'ਚ ਹੋਏਗੀ। ਸਾਡਾ ਇੱਕ ਸੰਗਠਨ ਆ, ਇੰਨੀ ਜਲਦੀ ਰਾਜਨੀਤੀ 'ਚ ਢੇਰੀ ਨਹੀਂ ਢਾਹੀ ਦੀ। ਮੈਂ ਹਰਿਆਣਾ BJP ਦਾ ਕੰਮ 5 ਸਾਲ ਦੇਖਦਾ ਰਿਹਾ। ਉਸ ਵੇਲੇ ਮੈਂ ਕਹਿੰਦਾ ਹੁੰਦਾ ਸੀ ਕਿ ਹਰਿਆਣਾ 'ਚ ਸਾਡੀ ਕੱਲਿਆਂ ਦੀ ਸਰਕਾਰ ਬਣੂਗੀ। ਅੱਜ ਮੈਂ ਕਹਿੰਦਾ ਕਿ ਪੰਜਾਬ 'ਚ ਵੀ ਸਾਡੀ ਕੱਲਿਆਂ ਦੀ ਸਰਕਾਰ ਬਣੂਗੀ ਔਰ ਇਹ ਤੁਹਾਡੇ ਸਾਹਮਣੇ ਆਊਗਾ। ਔਰ ਦੇਖ ਲੈਣਾ ਪੰਜਾਬ ਦੇ ਲੋਕ ਕਿਸ ਤਰ੍ਹਾਂ ਸਾਡੇ ਨਾਲ ਲੱਗਣਗੇ। ਔਰ ਜਿਹੜੇ ਕਿਸਾਨ ਨੇ, ਮੈਂ ਇੱਕ ਚੀਜ਼ ਦੱਸ ਦਿੰਦਾ, ਜਿਹੜੀ ਸਾਰੇ ਗੱਲ ਕਰ ਰਹੇ ਆ ਕਿ ਸਰਮਾਏਦਾਰ ਆਉਣਗੇ। ਸਾਡੇ ਟੋਟਲ ਅਨਾਜ ਪੈਦਾ ਹੁੰਦਾ 280 ਮਿਲੀਅਨ ਟਨ ਔਰ 78 ਮਿਲੀਅਨ ਟਨ MSP ਤੇ ਖਰੀਦਿਆ ਜਾਂਦਾ। ਫਸਲਾਂ ਦੀ ਖਰੀਦ ਹੈਗੀ 23 ਦੀ MSP ਤੇ, ਪਰ ਸਿਰਫ 2 ਫਸਲਾਂ ਦੀ ਖਰੀਦ ਹੁੰਦੀ ਹੈ MSP ਤੇ, ਕਣਕ ਤੇ ਝੋਨਾ। ਔਰ ਕਣਕ ਪੈਦਾ ਹੁੰਦੀ ਹੈ 10 ਰਾਜਾਂ, ਝੋਨਾ ਪੈਦਾ ਹੁੰਦਾ 23 ਰਾਜਾਂ 'ਚ ਔਰ 78 ਮਿਲੀਅਨ ਟਨ ਦੀ ਖਰੀਦ ਹੁੰਦੀ ਹੈ। 1 ਲੱਖ ਕਰੋੜ ਦੀ ਖਰੀਦ ਆ, ਠੀਕ ਹੈ। ਔਰ ਜੇ ਹੁਣ ਵੀ
ਬਾਕੀ ਜਿਹੜਾ ਖਰੀਦਦੇ ਆ ਉਹ ਸਰਮਾਏਦਾਰ ਤੇ ਕੰਪਨੀਆਂ ਹੀ ਖਰੀਦਦੀਆਂ ਨੇ, ਉਹ ਹੋਰ ਕਿਤੇ ਨਹੀਂ ਖਰੀਦਿਆ ਜਾਂਦਾ। ਹੁਣ ਤੱਕ ਤਾਂ ਉਹਨਾਂ ਨੇ ਲੁੱਟ ਨਹੀਂ ਲਿਆ। ਇਹ ਕਾਂਗਰਸ ਦੇ ਸਮੇਂ ਤੋਂ ਚੱਲਦਾ ਆ ਰਿਹਾ, 55 ਸਾਲ ਕਾਂਗਰਸ ਨੇ ਰਾਜ ਕੀਤਾ। ਤੁਸੀਂ ਜ਼ਿਕਰ ਕਰ ਰਹੇ ਹੋ, ਸਰਕਾਰ ਜ਼ਿਕਰ ਕਰ ਰਹੀ ਹੈ, ਔਰ ਪੰਦੇਰ ਸਾਹਿਬ ਵੀ ਕਹਿ ਰਹੇ ਸੀ ਕਿ ਆਜ਼ਾਦੀ ਤਾਂ ਪਹਿਲਾਂ ਹੀ ਸੀ, ਅਸੀਂ ਜਿੱਥੇ ਮਰਜ਼ੀ ਜਾ ਕੇ ਫਸਲ ਵੇਚੀਏ, ਸਾਨੂੰ ਕੌਣ ਰੋਕ ਲੈਂਦਾ, ਇਹ ਤਾਂ ਪਹਿਲਾਂ ਵੀ ਸੀ ਆਜ਼ਾਦੀ। ਕਿ ਨਵਾਂ ਹੁਣ ਕੀ ਹੈ? ਹੁਣ ਤਾਂ ਸਿਰਫ ਕਾਰਪੋਰੇਟਸ ਨੂੰ ਅਧਿਕਾਰ ਦਿੱਤੇ ਗਏ ਨੇ ਨਵੇਂ ਖੇਤੀ ਕਾਨੂੰਨਾਂ ਨਾਲ, ਕਿਸਾਨਾਂ ਨੂੰ ਕੋਈ ਉਸ ਦੇ ਵਿੱਚ ਅਧਿਕਾਰ ਨਹੀਂ ਜੀ, ਨਹੀਂ। ਕਾਰਪੋਰੇਟ ਨੂੰ ਪਹਿਲਾਂ ਵੀ ਅਧਿਕਾਰ ਨੇ, ਪਹਿਲਾਂ ਵੀ ਖਰੀਦ ਹੁੰਦੀ ਆ, ਪਰ ਹੁਣ ਇੱਕ ਉਹਦੀ ਵਿਵਸਥਾ ਬਣਾਈ ਗਈ ਆ। ਉਹ ਵਿਵਸਥਾ ਦੇ ਅੰਦਰ ਅਗਰ ਕਿਸਾਨ ਦਾ ਤੇ ਕਾਰਪੋਰੇਟ ਦਾ ਝਗੜਾ ਹੋਏਗਾ ਕਿਸੇ ਦਾ, ਇਹ ਜ਼ਰੂਰੀ ਨਹੀਂ ਕਿ ਕਿਸਾਨ ਆਪਣੀ ਜ਼ਮੀਨ ਠੇਕੇ ਤੇ ਕਿਸੇ ਨੂੰ ਦੇਵੇ। ਕਿਸਾਨ ਆਪਣੀ ਖੇਤੀ ਖੁਦ ਕਰ ਸਕਦਾ, ਹੁਣ ਵੀ ਆਜ਼ਾਦੀ ਆ। ਪਰ ਜੇ ਝਗੜਾ ਹੋਵੇ ਤਾਂ ਉਹਦਾ ਫੈਸਲਾ 10-10 ਸਾਲ ਨਾ ਲਟਕੇ ਕੋਰਟਾਂ 'ਚ। ਇਸ ਕਰਕੇ ਵਿਵਸਥਾ ਬਣਾਈ ਆ ਕਿ ਉਹਦਾ ਫੈਸਲਾ 3 ਮਹੀਨੇ ਦੇ ਅੰਦਰ ਅੰਦਰ ਫਾਈਨਲ ਹੋ ਜਾਏ। 1 ਮਹੀਨੇ 'ਚ SDM DC ਔਰ 1 ਮਹੀਨੇ ਦੇ ਅੰਦਰ ਕਮਿਸ਼ਨਰ, ਉਸ ਤੋਂ ਬਾਅਦ ਜਿਹੜਾ ਨੋਡਲ ਕਮਿਸ਼ਨਰ ਹੈ, ਜਿਹੜਾ ਇੱਕ ਬੋਰਡ ਬਣੇਗਾ, ਉਹ 1 ਮਹੀਨੇ 'ਚ ਫੈਸਲਾ ਦੇਵੇ ਤਾਂ ਕਿ ਕਿਸਾਨ ਨੂੰ ਜ਼ਿਆਦਾ ਲਟਕਣਾ ਨਾ ਪਵੇ। ਅਗਰ ਕਿਸਾਨ ਦੀ ਗਲਤੀ ਹੋਵੇ ਤਾਂ ਕਿਸਾਨ 10,000 ਦਾ 10,000 ਦੇਵੇ, ਅਗਰ ਕਾਰਪੋਰੇਟ ਦੀ ਗਲਤੀ ਹੋਵੇ ਤਾਂ ਉਹ 10,000 ਦਾ 15,000 ਦੇਗਾ। ਠੀਕ ਹੈ ਗੱਲ? ਇਹ ਉਸ ਕਾਨੂੰਨ 'ਚ ਤੇ ਗਰੇਵਾਲ ਸਾਹਿਬ ਪਿਛਲੇ 20 ਦਿਨ ਤੋਂ ਅਸੀਂ ਚਰਚਾਵਾਂ ਵੱਖ-ਵੱਖ ਦਿਨ ਇਸ ਮੁੱਦੇ ਦੇ ਉੱਤੇ ਕਰਦੇ ਰਹੇ ਹਾਂ। ਕਿਸਾਨ ਇਹੀ ਤਾਂ ਖਦਸ਼ਾ ਜਤਾ ਰਹੇ ਨੇ ਸਰ, ਇਹੀ ਤਾਂ ਖਦਸ਼ਾ ਜਤਾ ਰਹੇ ਨੇ ਕਿ DC ਨੂੰ ਕੀ ਕੋਈ ਕਾਰਪੋਰੇਟ, ਕੋਈ ਵੱਡਾ ਕਾਰਪੋਰੇਟ ਦਿੱਲੀ ਜਾਂ ਮੁੰਬਈ ਤੋਂ ਬੈਠਾ ਹੈ ਤਾਂ ਕਿ ਉਹ ਪ੍ਰਭਾਵਿਤ ਨਹੀਂ ਕਰ ਸਕਦਾ DC ਲੈਵਲ ਤੱਕ। ਤੇ ਕਿਸਾਨ ਕਿਵੇਂ ਕਰੇਗਾ ਸਰ? ਕਿਸਾਨ 2 4 5 ਕਿਸਾਨ ਚਲੇ ਜਾਣਗੇ ਜਾਂ DC ਦਫ਼ਤਰ ਦੇ ਬਾਹਰ ਜਾ ਕੇ ਧਰਨਾ ਲਗਾ ਦੇਣਗੇ, ਜਿਨ੍ਹਾਂ ਨੂੰ ਲੱਗ ਰਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ। ਬਸ ਇਸ ਤੋਂ ਅੱਗੇ ਭਰਾ ਜੀ ਮੇਰੀ ਗੱਲ ਤਾਂ ਗੌਰਵ ਜੀ ਸੁਣ ਲਓ। ਅਸੀਂ ਕਦੋਂ ਕਹਿੰਦੇ ਆ ਕਿ ਕੋਰਟਾਂ ਨੂੰ ਅਧਿਕਾਰ ਨਾ ਦਿਵਾਓ, ਜੇ ਤੁਹਾਨੂੰ ਲੱਗਦਾ ਕਿ ਹੋਣਾ ਚਾਹੀਦਾ ਉਹ ਕਰਵਾ ਲਓ। ਉਹੀ ਤਾਂ ਬੈਠ ਕੇ ਗੱਲ ਕਰਨੀ ਹੈ, ਚਰਚਾ ਕਰਨੀ ਹੈ। ਜੇ ਚਰਚਾ ਨਹੀਂ ਹੋਏਗੀ, ਜਿਹੜੀ ਚੀਜ਼ ਦਾ ਖਦਸ਼ਾ ਉਹਨੂੰ ਦੂਰ ਕਰ ਲੈਂਦੇ ਆ, ਜਿਹੜੀ ਠੀਕ ਕਰਨੀ ਹੈ, ਦਰੁਸਤ ਕਰਨੀ ਆ, ਉਹ ਦਰੁਸਤ ਕਰ ਲੈਂਦੇ ਆ। ਜੇ ਇੱਕ ਦੂਜੇ ਨੂੰ ਸਮਝਾਂਗੇ ਨਹੀਂ, ਸਮਝਾਵਾਂਗੇ ਨਹੀਂ, ਬੈਠਾਂਗੇ ਨਹੀਂ, ਇਹੀ ਤਾਂ ਜਿਹੜੀ ਸਾਡੀ 8 ਮੈਂਬਰੀ ਕਮੇਟੀ ਬਣੀ ਸੀ, ਅਸੀਂ ਇਹੀ ਗੁਜ਼ਾਰਿਸ਼ ਕਰ ਰਹੇ ਸੀ। ਅਸੀਂ ਕੋਈ ਗੱਲਬਾਤ ਨਹੀਂ ਕਰਨੀ ਸੀ, ਸਾਡਾ ਕੰਮ ਇੰਨਾ ਹੀ ਸੀ ਕਿ ਇੱਕ ਟਾਕਿੰਗ ਟੇਬਲ ਦੇ ਉੱਪਰ ਲਿਆ ਕੇ ਕਿਸਾਨ ਨੂੰ ਬਿਠਾਇਆ ਜਾਵੇ, ਉਧਰੋਂ ਸਰਕਾਰ ਬੈਠੇ ਔਰ ਉਹਦੇ 'ਚ ਫਿਰ ਕਿਸਾਨ ਜੋ ਚਾਹੁੰਦੇ ਆ ਔਰ ਆਪਸ 'ਚ ਬੈਠ ਕੇ ਉਹਦਾ ਹੱਲ ਕੱਢ ਲੈਣ। ਤੇ ਉਹ ਇਹੀ ਜੀ ਕੋਈ ਗੱਲ ਨਹੀਂ ਸੀਗੀ। ਮੈਂ ਤੁਹਾਨੂੰ ਫਿਰ ਅੱਜ ਕਹਿ ਰਿਹਾ, ਚੀਮਾ ਸਾਹਿਬ ਔਰ ਪੰਧੇਰ ਸਾਹਿਬ ਨੇ ਮੇਰੀ ਗੱਲ ਦੇ ਬਾਰੇ ਜ਼ਿਕਰ ਕੀਤਾ ਕਿ ਮੈਂ ਪੋਲੀਟੀਕਲ ਅਟੈਕ ਕਰਦਾ। ਪੋਲੀਟੀਕਲ ਨਹੀਂ ਕਰਦਾ। ਮੈਂ ਇਹ ਕਹਿਣਾ ਕਿ ਕੈਪਟਨ ਸਾਹਿਬ ਨੇ ਵੀ, ਕਾਂਗਰਸ ਨੇ ਵੀ ਕਿਹਾ ਕਿ ਇਹ ਕਾਨੂੰਨ ਬਹੁਤ ਅੱਛੇ ਆ, ਸਹੀ ਪਾਈ, ਔਰ ਉਸ ਦੇ ਬਾਅਦ ਉਹਨਾਂ ਦੇ ਫਾਈਨਾਂਸ ਮਿਨਿਸਟਰ ਨੇ ਵੀ ਪਾਈ, ਔਰ ਉਸ ਦੇ ਬਾਅਦ ਅਕਾਲੀ ਦਲ ਨੇ ਵੀ ਪਾਈ, ਔਰ ਬੀਬਾ ਹਰਸਿਮਰਤ ਨੇ ਵੀ ਪਾਈ। ਤੇ ਬਾਹਰ ਆ ਕੇ ਫਿਰ ਸਾਰੇ ਹੀ ਕਹਿੰਦੇ ਅਸੀਂ ਨਹੀਂ ਪਾਈ ਜੀ, ਇਹ ਤਾਂ ਬਹੁਤ ਬੁਰੇ ਆ ਜੀ, ਇਹ ਤਾਂ ਬਹੁਤ ਬੁਰੇ ਆ। ਚਲੋ ਅਸੀਂ ਕਹਿੰਦੇ ਆ ਕਿ ਅਸੀਂ ਬੁਰੇ ਆ, ਉਹ ਚੰਗੇ ਆ, ਪਰ ਕਿਸਾਨ ਦਾ ਹਿੱਤ ਹੋਣਾ ਚਾਹੀਦਾ। ਤੇ ਕਿਸਾਨ ਆ ਕੇ ਬੈਠੇ, ਸਾਡਾ ਕਿਸਾਨ ਦੇ ਨਾਲ ਔਰ ਦੂਸਰਾ ਮੈਂ ਕਿਸਾਨ ਜਥੇਬੰਦੀਆਂ ਦਾ ਧੰਨਵਾਦੀ ਵੀ ਹਾਂ। ਉਹਨਾਂ ਨੇ ਇਸ ਵਾਰ ਪਹਿਲੀ ਵਾਰ ਇੱਕ ਵਧੀਆ ਕੰਮ ਕੀਤਾ ਕਿ ਪੋਲੀਟੀਕਲ ਲੋਕਾਂ ਨੂੰ ਆਪਦੀ ਸਟੇਜ ਤੇ ਨਹੀਂ ਚੜ੍ਹਨ ਦਿੱਤਾ, ਕਿਸੇ ਹੋਰ ਨੂੰ ਲੀਡਰਸ਼ਿਪ ਨਹੀਂ ਦਿੱਤੀ, ਨਹੀਂ ਤਾਂ ਹੁਣ ਤੱਕ ਬਹੁਤ ਝਗੜਾ ਤੇ ਦੰਗਾ ਹੋ ਜਾਣਾ ਸੀ। ਔਰ ਦੂਸਰਾ ਉਹਨਾਂ ਨੇ ਇਹ ਕੀਤਾ ਕਿ ਆਪਣੀਆਂ ਮੰਗਾਂ, ਆਪਣੀ ਐਜੀਟੇਸ਼ਨ ਆਪਣੇ ਹੱਥ 'ਚ ਆ ਔਰ ਖੁਦ ਹੀ ਗੱਲ ਕਰਨ ਦੇ ਲਈ ਅੱਗੇ ਵਧ ਰਹੇ ਆ। ਤੁਸੀਂ ਬੜੀ ਇੰਟਰਸਟਿੰਗ ਗੱਲ ਕਹਿ ਕੇ ਤੁਸੀਂ ਖੁਦ ਸਿਆਸਤਦਾਨ ਹੋ, ਤੁਸੀਂ ਕਹਿੰਦੇ ਕਿ ਜੇ ਸਿਆਸਤ ਵਿੱਚ ਆ ਜਾਂਦੀ ਤਾਂ ਫਿਰ ਝਗੜੇ ਹੋਣ ਦੇ ਬਹੁਤ ਖਦਸ਼ੇ ਸੀਗੇ। ਠੀਕ ਹੈ ਗਰੇਵਾਲ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਦੇਖੋ ਸਵਾਲ ਉੱਥੇ ਦਾ ਉੱਥੇ ਆ ਕੇ ਖੜ ਜਾਂਦਾ ਹੈ ਕਿ ਜੇਕਰ ਇਹ ਸਭ ਕੁਝ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸਭ ਕੁਝ ਠੀਕ ਹੈ, ਕੁਝ ਇਹਦੇ ਵਿੱਚ ਗਲਤ ਨਹੀਂ, ਕਿਸਾਨਾਂ ਨੂੰ ਹੱਕ ਮਿਲ ਰਹੇ ਆ, ਵੱਧ ਮਿਲ ਰਹੇ ਨੇ, ਪਰ ਕਿਸਾਨ ਕਿਉਂ ਨਹੀਂ ਸਮਝ ਰਹੇ ਸਰ? ਬਹੁਤ ਸਿੰਪਲ ਜੀ ਗੱਲ ਹੈ ਕਿ ਜਾ ਕੇ ਜੇਕਰ ਉਹ ਨਹੀਂ ਸਮਝ ਰਹੇ ਤਾਂ ਕਿ ਵਾਕਈ ਹੀ ਉਹਨਾਂ ਦੇ ਖਦਸ਼ੇ ਦੂਰ ਨਹੀਂ ਹੋਣੇ ਚਾਹੀਦੇ। ਪੰਧੇਰ ਸਾਹਿਬ, ਮੈਂ ਇੱਕ ਵਾਰ ਫਿਰ ਗੱਲਬਾਤ ਹੀ ਆ ਰਹੇ ਹਾਂ ਸਰ, ਕਦੋਂ ਗੱਲਬਾਤ ਸ਼ੁਰੂ ਹੋਏਗੀ? ਕੀ ਤੁਹਾਨੂੰ ਮੁਫੀਦ ਮਾਹੌਲ ਚਾਹੀਦਾ ਹੈ? ਤੁਹਾਨੂੰ ਕੀ ਲੱਗਦਾ ਕਿ ਕੌਣ ਆ ਕੇ ਗੱਲਬਾਤ ਕਰੇ, ਕਿਸ ਲੈਵਲ ਦੇ ਉੱਤੇ ਗੱਲਬਾਤ ਹੋਵੇ, ਕਿਵੇਂ ਗੱਲਬਾਤ ਹੋਵੇ ਕਿ ਇਹ ਪੂਰੀ ਜਿਹੜੀ ਡਾਇਲੌਗਸ ਨੇ ਅੱਗੇ ਵਧਣ? ਪੰਧੇਰ ਸਾਹਿਬ। ਮੈਂ ਗੌਰਵ ਸਾਹਿਬ 1 ਮਿੰਟ ਮੈਂ ਦੂਜੇ ਤੇ ਲਾ ਦਿੰਦਾ। ਜਿਹੜੀ ਗੱਲ ਇਹਨਾਂ ਨੇ ਕਹੀ ਵੀ ਕੰਟੈਕਟ ਬੇਸ ਖੇਤੀ ਦੀ, ਮੈਂ ਉਹ ਜਿੱਥੇ ਇੱਕ ਕੈਟ ਕਰਦਾ। ਇਹ ਕਹਿੰਦੇ ਸੀ ਕਿ ਇਹ ਵੀ ਦਾਅਵੇ ਸੀ ਵੀ ਵਿਚੋਲੇ ਕੱਢਾਂਗੇ। ਜਿਹੜੀ ਕੰਟੈਕਟ ਫਾਰਮੂਲੇ 'ਚ ਲਿਖਿਆ ਗਿਆ 1 ਉਪਜ ਦਾ ਸਮਝੌਤਾ, 2 ਤੋਂ 5 ਸਾਲ ਦਾ ਸਮਝੌਤਾ, ਉਹਦੇ 'ਚ ਬਹੁਤ ਖਤਰਨਾਕ ਦੁਨੀਆ ਦੀ ਇੱਕ ਲਾਈਨ ਆ ਵੀ ਸਮਝੌਤੇ ਦੇ ਵਿੱਚ ਜਿਹੜਾ ਭਾਅ ਤੈਅ ਹੋਊ 'ਚ ਇੱਕ ਲਾਈਨ ਲਿਖੀ ਹੋਊ ਵੀ ਭਾਅ ਪਰਿਵਰਤਨ ਦੇ ਅਧੀਨ ਆ। ਇਹ ਸ਼ਬਦ ਕਿਸਾਨ ਨੂੰ ਕਹਿੰਦੇ ਭਾਅ ਪਰਿਵਰਤਨ ਦੇ ਅਧੀਨ ਆ। ਤੇ ਉਹ SDM ਤੇ DC ਕਮੇਟੀ ਬਣਾਊਗਾ, ਉਹਨੂੰ ਅਦਾਲਤ ਜਾਣ ਦਾ ਹੱਕ ਨਹੀਂਗਾ। ਇਹ ਪਹਿਲੀ ਵਾਰ ਦੇਸ਼ ਦੇ ਵਿੱਚ ਲੋਕਤੰਤਰ ਦਾ ਘਾਣ ਆ ਵੀ ਉਹਨੂੰ ਕੋਰਟ ਵਿੱਚ ਜਾਣ ਦਾ ਹੱਕ ਨਹੀਂਗਾ। ਦੂਸਰੀ ਗੱਲ, ਜਿਹੜਾ ਪ੍ਰਾਈਵੇਟ ਖੇਤਰ ਆਊਗਾ, ਜਿਹੜੀ ਸਾਡੀ ਫਿਸ਼ ਫਾਰਮਿੰਗ, ਮੱਛੀ ਫਾਰਮਿੰਗ ਆ, ਉਹ ਪ੍ਰਾਈਵੇਟ ਹੀ ਆ। ਸਾਡੀ ਪੋਲਟਰੀ ਪ੍ਰਾਈਵੇਟ ਆ, ਸਾਡਾ ਇੱਥੇ ਸ਼ਹਿਦ ਪ੍ਰਾਈਵੇਟ ਆ,
ਸਾਡੇ ਆਂਡੇ ਪ੍ਰਾਈਵੇਟ ਆ, ਉੱਤੇ ਕਿਸਾਨਾਂ ਦਾ ਕਿਹੜਾ ਇਨਕਲਾਬ ਲੱਗ ਗਿਆ? ਉਹਦੇ ਵਿੱਚ ਤਾਂ ਲੋਕ ਤਾਂ ਭੁੱਖੇ ਮਰ ਰਹੇ ਆ। ਸੋ ਗੱਲਾਂ ਦਾ, ਦਲੀਲਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ। ਜਿੱਥੋਂ ਤੱਕ ਤੁਸੀਂ ਕਿਹਾ, ਅਸੀਂ ਕਿਹਾ ਵੀ ਉਹ ਅਥਾਰਟੀ ਸਾਡੇ ਨਾਲ ਗੱਲ ਕਰੇ, ਜਿਹੜੀ ਅਥਾਰਟੀ ਇੱਥੇ ਫੈਸਲਾ ਲੈ ਕੇ ਸਵੈਮ ਪ੍ਰਧਾਨ ਮੰਤਰੀ ਜੀ। ਜੇ ਦੇਸ਼ ਵਿੱਚ ਕੋਈ ਲੋਕਤੰਤਰ ਆ, ਭਾਰਤ ਪੂਰਾ ਰੌਲਾ ਪਾ ਰਿਹਾ, ਭਾਰਤ ਦਾ ਕਿਸਾਨ 80 ਮਜ਼ਦੂਰ 80% ਆ, ਉਹ ਰੌਲਾ ਪਾ ਰਿਹਾ, ਉਹ ਭਾਰਤ ਦੀ ਗੱਲ ਸੁਣੀ ਜਾਣੀ ਚਾਹੀਦੀ ਆ। ਸਾਨੂੰ ਮਾਫੀ ਚਾਹੁੰਦਾ, ਤੁਹਾਨੂੰ ਵਿਚਾਲੇ ਰੋਕ ਰਹੇ ਹਾਂ। ਦੇਖੋ ਥੋੜੀ ਜਿਹੀ ਪ੍ਰੈਕਟੀਕਲ ਗੱਲ ਤਾਂ ਕਿਸਾਨਾਂ ਨੂੰ ਵੀ ਕਰਨੀ ਹੋਏਗੀ, ਤੁਹਾਨੂੰ ਵੀ ਗੱਲ ਤਾਂ ਥੋੜੀ ਜਿਹੀ ਪ੍ਰੈਕਟੀਕਲ ਤਾਂ ਕਰਨੀ ਹੋਏਗੀ ਨਾ। ਤੁਸੀਂ ਕਹੋ ਕਿ ਅੱਜ 5 ਲੀਡਰਸ ਨੂੰ ਸਿੱਧਾ ਪ੍ਰਧਾਨ ਮੰਤਰੀ ਸਮਾਂ ਦੇਣ, ਇੱਕ ਮੀਟਿੰਗ 'ਚ ਗੱਲ ਨਾ ਹੋਵੇ, ਦੂਜੀ 'ਚ ਗੱਲ ਨਾ ਹੋਵੇ, ਤੀਜੀ, ਉਹ ਵੀ ਪੋਸੀਬਲ ਨਹੀਂ ਹੈਗਾ। ਤੁਸੀਂ ਇਸ ਚੀਜ਼ ਦੇ ਨਾਲ ਸਹਿਮਤ ਹੋਵੋਗੇ, ਲੋਕ ਵੀ ਸਹਿਮਤ ਹੋਣਗੇ। ਤੁਹਾਨੂੰ ਨਹੀਂ ਲੱਗਦਾ ਕਿ ਪਹਿਲਾਂ ਗੱਲਬਾਤ ਕਰ ਲਓ ਕਿ ਜਿਹੜੇ ਤੁਹਾਨੂੰ ਨੁਮਾਇੰਦੇ ਮਿਲ ਰਹੇ ਨੇ ਉਹ ਵੀ ਐਵੇਂ ਤਾਂ ਨਹੀਂ ਹੋਏਗਾ ਕਿ ਕੋਈ ਬਿਲਕੁਲ ਛੋਟਾ ਅਧਿਕਾਰੀ ਤੁਹਾਡੇ ਨਾਲ ਬਿਠਾ ਦਿੱਤਾ? ਇੱਕ ਲੈਵਲ ਦੇ ਹੀ ਅਧਿਕਾਰੀ ਹੋਣਗੇ ਜਿਹੜੇ ਗੱਲਬਾਤ ਤੁਹਾਡੇ ਨਾਲ ਕਰਨਗੇ। ਜਿਹੜਾ ਤੁਸੀਂ ਐਸਡੀਐਮ ਡੀਸੀ ਵਾਲਾ ਜ਼ਿਕਰ ਕਰ ਰਹੇ ਹੋ, ਗਰੇਵਾਲ ਸਾਹਿਬ ਉਹੀ ਤਾਂ ਕਹਿ ਰਹੇ ਨੇ ਕਿ ਜੇਕਰ ਤੁਹਾਨੂੰ ਇਹਦੇ ਵਿੱਚ ਪ੍ਰੋਬਲਮ ਹੈ, ਤੁਹਾਨੂੰ ਲੱਗਦਾ ਹੈ ਕਿ ਕੋਰਟ ਵਾਲਾ ਆਪਸ਼ਨ ਹੋਣਾ ਚਾਹੀਦਾ, ਤਾਂ ਰੱਖ ਲਿਓ, ਜਾ ਕੇ ਗੱਲ ਕਰੋ। ਨਹੀਂ, ਇਹ ਨਹੀਂ ਹੈ। ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਕਿਸਾਨ ਤੇ ਮਜ਼ਦੂਰ ਚੁਣਦੇ 80% ਆ, ਚੁਣ ਕੇ ਅਸੀਂ ਭੇਜਿਆ, ਸਾਡੇ ਪ੍ਰਾਈਮ ਮਿਨਿਸਟਰ ਆ, ਮਾਨ ਆ। ਜੇ ਲੋਕਤੰਤਰ ਆ, ਸਾਡੇ ਵਾਸਤੇ ਟਾਈਮ ਕਿਉਂ ਨਹੀਂ ਪ੍ਰਧਾਨ ਮੰਤਰੀ ਜੀ ਸਾਨੂੰ ਟਾਈਮ ਦੇਣਗੇ ਸਿੱਧਾ? ਬਈ ਦੇਸ਼ ਸਾਡੇ ਚੱਲਦਾ, ਦੇਸ਼ ਲਈ ਅਨਾਜ ਭੰਡਾਰ ਕਰਦਾ। ਜਦੋਂ ਇਹ ਦੇਸ਼ ਭੁੱਖਾ ਮਰਦਾ ਸੀ, ਠੂਠਾ ਫੜਿਆ ਸੀ, ਹਰਾ ਇਨਕਲਾਬ ਸਾਡੇ ਨਾਂ ਤੇ ਲਿਆਂਦਾ ਗਿਆ, ਅਸੀਂ ਦੇਸ਼ ਦਾ ਅੰਨ ਭੰਡਾਰ ਭਰਿਆ। ਕਦੀ ਸ਼ਾਸਤਰੀ ਜੀ ਨਾਰਾ ਲਾਉਂਦੇ ਹੁੰਦੇ ਸੀ ਵੀ ਇੱਕ ਦਿਨ ਫਲ ਖਾ ਕੇ ਜੀ ਲਓ, ਤੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਇਆ ਗਿਆ। ਉਹ ਉਸ ਪ੍ਰਦੇਸ਼ ਕੋ ਸਾਡੇ ਲਈ ਟਾਈਮ ਚਲੋ, ਤੁਹਾਡੀ ਗੱਲ ਬਿਲਕੁਲ ਵੈਲਿਡ ਹੈ, ਉਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜੇ ਪ੍ਰਧਾਨ ਮੰਤਰੀ ਦੇਸ਼ ਦੇ ਲਈ ਤਾਂ ਦੇਸ਼ ਦੇ ਕਿਸਾਨਾਂ ਦੇ ਲਈ, ਲੋਕਾਂ ਦੇ ਲਈ ਟਾਈਮ ਤਾਂ ਉਹਨਾਂ ਨੂੰ ਕੱਢਣਾ ਹੋਏਗਾ। ਸਾਡੇ ਵਾਸਤੇ ਪ੍ਰਧਾਨ ਮੰਤਰੀ ਜੀ ਕੋਲ ਟਾਈਮ ਨਹੀਂ ਹੈਗਾ। ਜੀ ਨਹੀਂ ਸਰ, ਮੈਂ ਐਕਚੁਅਲੀ ਮੈਂ ਗੱਲ ਕਰ ਰਿਹਾ ਪ੍ਰਧਾਨ ਮੰਤਰੀ ਦਾ ਉਹਨਾਂ ਦਾ ਚਾਹੀਦਾ ਵਿੱਚ ਕੋਈ ਦਿੱਕਤ ਨਹੀਂ। ਦੇਖੋ ਗੱਲ ਪ੍ਰੈਕਟੀਕਲਿਟੀ ਦੀ ਕਿ ਬਾਕੀ ਜੇਕਰ ਖੇਤੀਬਾੜੀ ਮੰਤਰੀ ਮਿਲਣ ਜਾਂ ਕੋਈ ਅਧਿਕਾਰੀ ਮਿਲੇ, ਮੈਂ ਤੁਹਾਡੇ ਕੋਲ ਵਾਪਸ ਆ ਰਿਹਾ ਸਰ। ਮੈਨੂੰ ਇੱਕ ਰਿਐਕਸ਼ਨ ਲੈ ਲੈਣ ਦਿਓ। ਸਾਡੇ ਨਾਲ ਜਗਜੀਤ ਜੀ ਜੁੜੇ ਨੇ, ਥੋੜੇ ਲੇਟ ਜੁੜੇ ਨੇ। ਉਹਨਾਂ ਨੂੰ ਸਾਨੂੰ ਗੱਲ ਕਰਨੀ ਚਾਹੀਦੀ, ਪਹਿਲ ਕਦਮੀ ਠੀਕ ਹੈ। ਨਹੀਂ ਗੱਲਬਾਤ ਨੂੰ ਤਾਂ ਕੋਈ ਦਿੱਕਤ ਹੀ ਨਹੀਂ ਸਰ, ਗੱਲਬਾਤ ਨੂੰ ਤਾਂ ਕਹਿ ਰਹੇ ਨੇ ਕਿ ਗੱਲਬਾਤ ਤਾਂ ਕਰੋ, ਪਰ ਤੁਸੀਂ ਕਹਿ ਰਹੇ ਹੋ ਕਿ ਡਾਇਰੈਕਟਲੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਵੇ। ਮੈਂ ਤੁਹਾਡੇ ਕੋਲ ਵਾਪਸ ਆਣਾ। ਸਾਡੇ ਨਾਲ ਜਗਜੀਤ ਸਿੰਘ ਜੀ ਜੁੜੇ ਹੋਏ ਨੇ, BKU ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ। ਜਗਜੀਤ ਜੀ, ਮੇਰੀ ਆਵਾਜ਼ ਜੇਕਰ ਤੁਹਾਡੇ ਤੱਕ ਪਹੁੰਚ ਰਹੀ ਹੈ, ਮੈਂ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹਾਂਗਾ ਕਿ ਕੇਂਦਰ ਦੇ ਸੱਦੇ ਨੂੰ ਨਕਾਰਿਆ ਕਿਉਂ ਗਿਆ? ਤੁਹਾਡੀ ਚੰਡੀਗੜ੍ਹ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਇਹ ਫੈਸਲਾ ਕਿਉਂ ਹੋਇਆ? ਦੇਖੋ, ਇਹ ਜਿਹੜਾ ਆਪਾਂ ਕੇਂਦਰ ਦੇ ਸੱਦੇ ਦੀ ਗੱਲ ਕਰ ਰਹੇ ਹਾਂ ਨਾ, ਇਹ ਸਹੀ ਮਾਇਨੇ ਦੇ ਵਿੱਚ ਕੇਂਦਰ ਦਾ ਸੱਦਾ ਹੀ ਨਹੀਂ ਸੀ। ਅਗਰ ਇਹਨੂੰ ਕੇਂਦਰ ਦਾ ਸੱਦਾ ਕਹਿ ਰਹੇ ਆ ਤਾਂ ਕਹੀ ਜਾਣ, ਇਹਨਾਂ ਦੇ ਕਹਿਣ ਨਾਲ ਨਹੀਂ ਗੱਲ ਬਣਨੀ। ਕਿ ਲੈਟਰ ਸਾਡੇ ਹੱਥ 'ਚ ਆ ਦੇਖੋ, ਲੈਟਰ ਦੇ ਵਿੱਚ ਕੀ ਲਿਖਿਆ ਸਪਸ਼ਟ ਹੈ। ਇਹ ਕੀ ਕਹਿ ਰਿਹਾ, ਜਿਹੜਾ ਐਗਰੀਕਲਚਰ ਡਿਪਾਰਟਮੈਂਟ ਦੇ ਸੈਕਟਰੀ ਹੈ ਅਗਰਵਾਲ ਜੀ, ਉਹ ਇਹ ਕਹਿ ਰਹੇ ਨੇ ਕਿ ਮੈਂ ਪਰਸਨਲੀ ਤੁਹਾਨੂੰ ਸੱਦ ਰਿਹਾ ਹਾਂ। ਪਹਿਲੀ ਗੱਲ। ਦੂਸਰੀ ਗੱਲ, ਦੇਖੋ ਅੱਜ ਪੂਰੇ ਦੇਸ਼ ਦਾ ਕਿਸਾਨ, ਖਾਸ ਕਰਕੇ ਜੇ ਪੰਜਾਬ ਹਰਿਆਣੇ ਨੂੰ ਲੈ ਲਈਏ, ਇਹਦੇ ਨਾਲ ਪੂਰਾ ਭਾਰਤ ਔਰ ਭਾਰਤ ਤੋਂ ਬਾਹਰ ਬੈਠੇ ਜਿਹੜੇ ਸਾਡੇ ਕਿਸਾਨ ਹੈ ਜਾਂ ਸਾਡੇ ਪੰਜਾਬੀ ਹੈ, ਉਸ ਅੰਦੋਲਨ ਦੇ ਦਾ ਮਤਲਬ ਪਾਰਟ ਬਣੇ ਹੋਏ ਨੇ। ਔਰ ਉਹ ਲੈਟਰ ਦੇ ਵਿੱਚ ਸਾਨੂੰ ਕੀ ਕਹਿ ਰਹੇ ਨੇ? ਕਹਿੰਦੇ ਤੁਹਾਨੂੰ ਪਤਾ ਨਹੀਂ, ਤੁਹਾਨੂੰ ਸਮਝ ਨਹੀਂ, ਆਓ ਤੁਹਾਨੂੰ ਸਮਝਾਈਏ। ਇਹਦਾ ਮਤਲਬ ਆ ਕਿ ਉਹ ਸਾਨੂੰ ਸਾਰਿਆਂ ਨੂੰ ਸ਼੍ਰੀਮਾਨ ਅਗਰਵਾਲ ਜੀ ਮੂਰਖ ਸਮਝ ਰਹੇ ਨੇ। ਔਰ ਅਸੀਂ ਉੱਥੇ ਮੂਰਖ ਬਣ ਕੇ ਜਾ ਕੇ ਬਹਿ ਕੇ ਇਹਨਾਂ ਦੀ ਮੀਟਿੰਗ ਦੇ ਵਿੱਚ ਬੈਠ ਕੇ ਇਹਨਾਂ ਦੇ ਮੂਹਰੇ ਜਾ ਕੇ ਮੂਕ ਦਰਸ਼ਕ ਬਣ ਕੇ ਬਹਿ ਕੇ ਸੁਣੀਏ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਤੋ ਇਸ ਕਰਕੇ ਅੱਜ ਸਾਰੀਆਂ ਜਥੇਬੰਦੀਆਂ ਨੇ ਇਹਨੂੰ ਸਰਬਸੰਮਤੀ ਦੇ ਨਾਲ ਇਹਨੂੰ ਰੱਦ ਕੀਤਾ ਕਿ ਇਹ ਜੇ ਸੱਦੇ ਦੇ ਵਿੱਚ ਜਾਣਾ ਤਾਂ ਸਾਡਾ ਉੱਥੇ ਮਤਲਬ ਮੂਰਖ ਬਣ ਤੋਂ ਬਗੈਰ ਕੁਝ ਨਹੀਂ। ਰੋਕ ਰਹੇ ਨਹੀਂ, ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਸਾਰੀਆਂ ਚੀਜ਼ਾਂ ਇਮੇਜਿਨ ਹੀ ਕਰ ਰਹੇ ਹੋ? ਸਰ ਚਲੇ ਜਾਂਦੇ 4-5 ਲੋਕ ਜਿਨ੍ਹਾਂ ਨੂੰ ਬੁਲਾਇਆ ਸੀ ਜਾਂ ਜਿਨ੍ਹਾਂ ਦੇ ਨਾਲ ਗੱਲਬਾਤ ਕਰਨੀ ਸੀ, ਦੇਖ ਲੈਂਦੇ, ਪਹਿਲੀ ਮੀਟਿੰਗ ਸੀ, ਦੇਖ ਲੈਂਦੇ ਕੀ ਕਹਿੰਦੇ ਨੇ ਜਿਹੜੇ ਖੇਤੀਬਾੜੀ ਸਕੱਤਰ ਨੇ। ਕੋਈ ਛੋਟੇ ਅਧਿਕਾਰੀ ਨਾਲ ਤਾਂ ਗੱਲਬਾਤ ਨਹੀਂ ਸੀ। ਤੁਹਾਨੂੰ ਨਹੀਂ ਲੱਗਦਾ ਕਿ ਜਾ ਕੇ ਇੱਕ ਵਾਰ ਦੇਖ ਹੀ ਲੈਂਦੇ ਕਿ ਅੱਜ ਕਹਿੰਦੇ ਕੀ ਨੇ, ਸੁਣੇ ਲੈਂਦੇ ਇਹਨਾਂ ਦੇ? ਨਹੀਂ ਤਾਂ ਤੁਸੀਂ ਚਾਰ ਗੱਲਾਂ ਤੁਸੀਂ ਵੀ ਦੱਸ ਦਿੰਦੇ ਕਿ ਤੁਹਾਡੇ ਕਾਨੂੰਨ ਦੇ ਵਿੱਚ ਆਹ ਕਮੀਆਂ ਨੇ ਜੀ, ਸਾਨੂੰ ਇਸ ਤੋਂ ਦਿੱਕਤ ਹੈ। ਠੀਕ ਹੈ, ਚਲੋ ਆਪਾਂ ਇਹ ਗੱਲ ਕਰਦੇ ਹਾਂ। ਸਾਡੇ ਨਾਲ ਕੱਲ ਤੋਂ ਲਗਾਤਾਰ ਟੈਲੀਫੋਨ ਦੇ ਮਾਧਿਅਮ ਦੇ ਰਾਹੀਂ ਜਦੋਂ ਵੀ ਗੱਲ ਹੋ ਰਹੀ ਹੈ, ਇਹ ਹੋ ਰਹੀ ਹੈ ਕਿ ਸਰਕਾਰ ਤੁਹਾਨੂੰ ਸੱਦਾ ਦੇ ਰਹੀ ਹੈ। ਇਹ ਪਹਿਲੇ ਰਾਉਂਡ ਦੇ ਵਿੱਚ ਨਹੀਂ ਇਹ ਹੋ ਗਿਆ। ਪਹਿਲਾਂ ਬੀਜੇਪੀ ਦੀ ਇੱਥੇ 8 ਮੈਂਬਰੀ ਕਮੇਟੀ ਬਣੀ ਹੈ। ਉਹ ਜਿਹੜੀ 8 ਮੈਂਬਰੀ ਕਮੇਟੀ ਬਣੀ ਆ, ਉਹਦੇ ਵੀ ਜਿਹੜੇ ਅਹੁਦੇਦਾਰਾਂ ਨੁਮਾਇੰਦੇ ਆ, ਉਹ ਸਾਡੇ ਨਾਲ ਤਾਲਮੇਲ ਕੀਤਾ। ਉਹਨਾਂ ਨੇ ਇਹ ਕਿਹਾ ਉਹਨਾਂ ਨੇ ਕਿ ਰਾਜਨਾਥ ਜੀ ਬੈਠਣਗੇ, ਤੁਹਾਡੇ ਨਾਲ ਐਗਰੀਕਲਚਰ ਮਿਨਿਸਟਰ ਸਾਹਿਬ ਬੈਠਣਗੇ, ਉਹ ਬੈਠ ਕੇ ਤੁਹਾਡੇ ਨਾਲ ਮੀਟਿੰਗ ਕਰਨਗੇ। ਮੀਟਿੰਗ ਕਰਨੀ ਚਾਹੁੰਦੇ, ਅਸੀਂ ਇਹਨਾਂ ਨੂੰ ਯੈਸ ਕੀਤਾ ਵੀ ਠੀਕ ਹੈ, ਅਸੀਂ ਤਿਆਰ ਹਾਂ। ਔਰ ਅੱਜ ਜੇਕਰ ਮਤਲਬ ਗੱਲ ਕਰਨ ਦੀ ਗੱਲ ਆਈ ਹੈ, ਉਹ ਸਾਨੂੰ ਲੈਟਰ ਦੇਣ ਦੀ ਗੱਲ ਆਈ ਹੈ, ਤਾਂ ਲੈਟਰ ਸਾਨੂੰ ਹਾਂ ਦਿੱਤਾ ਜਾ ਰਿਹਾ ਹੈ। ਅਕਸਰ ਅਸੀਂ ਵੀ ਤਾਂ ਅਸੀਂ ਦੇਖੋ
ਅਸੀਂ ਪੂਰੇ ਪੰਜਾਬ ਦੀਆਂ 30-31 ਜਥੇਬੰਦੀਆਂ ਪੂਰੇ ਪੰਜਾਬ ਦੀ ਕਿਸਾਨੀ ਦੀ ਨੁਮਾਇੰਦਗੀ ਕਰ ਰਹੇ ਹਾਂ। ਅਸੀਂ ਐਡੇ ਮੂਰਖ ਬਣ ਕੇ ਉੱਥੇ ਕਿਵੇਂ ਜਾਵਾਂਗੇ? ਤੁਸੀਂ ਅੰਦਾਜ਼ਾ ਲਾਓ ਆਪਣੇ ਆਪ ਇਸ ਗੱਲ ਤੇ। ਅੱਜ ਵਾਲਾ ਲੈਟਰ ਬਿਲਕੁਲ ਸਾਨੂੰ ਬੁੱਧੂ ਅੱਛਾ ਬਣਾਉਣ ਵਾਲਾ ਜੀ, ਮੈਂ ਇੱਕ ਹੋਰ ਲੈਟਰ ਸਵਾਲ ਤੁਹਾਡੇ ਤੋਂ ਜਾਣਨਾ ਚਾਹੁੰਦਾ, ਮੈਂ ਇੱਕ ਹੋਰ ਸਵਾਲ ਜਾਣਨਾ ਚਾਹੁੰਦਾ, ਮੈਂ ਉਸ ਤੋਂ ਬਾਅਦ ਗਰੇਵਾਲ ਸਾਹਿਬ ਦਾ ਰਿਐਕਸ਼ਨ ਲਵਾਂਗਾ। ਮੈਂ ਇਹ ਵੀ ਜਾਣਨਾ ਚਾਹੁੰਦਾ, ਤੁਹਾਨੂੰ ਲੱਗਦਾ ਕਿ 4-5 ਲੀਡਰਾਂ ਨੂੰ ਬੁਲਾ ਕੇ ਕਿਤੇ ਨਾ ਕਿਤੇ ਜਿਹੜੀ ਕਿਸਾਨ ਇਕਜੁੱਟ ਜਥੇਬੰਦੀਆਂ ਇਕਜੁੱਟ ਹੈ ਉਹਨੂੰ ਵੀ ਤੋੜਨ ਦੀ ਕੋਸ਼ਿਸ਼ ਹੈ? ਹਾਂ ਦੇਖੋ, ਇਹ ਬੜੀ ਕਲੀਅਰ ਗੱਲ ਹੈ ਇਹ ਕਿ ਇਹਨਾਂ ਨੇ, ਅਸੀਂ ਇਹਨਾਂ ਨੂੰ ਬਾਰ-ਬਾਰ ਕਿਹਾ ਕਿ ਸਾਡੇ 31 ਜਥੇਬੰਦੀਆਂ ਇਕੱਠੀਆਂ, 31 ਦੀਆਂ 31 ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਲੈਟਰ ਭੇਜੋ, ਚਿੱਠੀ ਭੇਜੋ, ਉਹਨਾਂ ਨੂੰ ਬੁਲਾਇਆ ਜਾਵੇ। ਔਰ ਇਹਨਾਂ ਨੇ ਸਾਨੂੰ ਜਿਹੜੇ ਵਿੱਚੋਂ ਕੁਝ ਚੁਣਿੰਦੇ ਬੰਦਿਆਂ ਨੂੰ ਸੱਦ ਕੇ ਸਪਸ਼ਟ ਕੀਤਾ ਕਿ ਮਤਲਬ ਇੱਕ ਯਤਨ ਸੀਗਾ ਇਹਨਾਂ ਦਾ ਕਿ ਥੋੜ੍ਹਾ ਜਿਹਾ ਨੂੰ ਸੱਦ ਲਓ, ਬਾਕੀ ਰਹਿਣ ਦਿਓ, ਜੇ ਬਾਕੀ ਨਹੀਂ ਆਉਣਗੇ ਤੇ ਇਹਨਾਂ ਦਾ ਆਪਸ ਵਿੱਚ ਜਿਹੜਾ ਖਿਲਾਰਾ ਪੈ ਜਾਊਗਾ। ਇਸ ਗੱਲ ਨੂੰ ਸਾਰੀ ਨੂੰ ਮੱਦੇਨਜ਼ਰ ਰੱਖਦੇ, ਧਿਆਨ 'ਚ ਰੱਖਦਿਆਂ ਹੀ ਇਸ ਲੈਟਰ ਨੂੰ ਮਤਲਬ ਰੱਦ ਕੀਤਾ। ਸਾਨੂੰ ਸਿਰਫ 3 ਆਦਮੀਆਂ ਨੂੰ ਲੈਟਰ ਆਇਆ, ਬਾਕੀ ਸਾਰੀਆਂ 31 ਜਥੇਬੰਦੀਆਂ ਨੂੰ ਕਿਸੇ ਨੂੰ ਲੈਟਰ ਨਹੀਂ ਆਇਆ। ਤੁਸੀਂ ਫੈਸਲਾ ਲਿਆ। ਆਪਾਂ ਇੱਕ ਛੋਟਾ ਜਿਹਾ ਰਿਐਕਸ਼ਨ ਲੈ ਲਈਏ, ਮੇਰੇ ਕੋਲ ਸਮਾਂ ਬਹੁਤ ਹੁਣ ਪੂਰਾ ਗਰੇਵਾਲ ਸਾਹਿਬ ਤੁਹਾਡਾ ਇੱਕ ਫਾਈਨਲ ਰਿਐਕਸ਼ਨ ਚਾਹੂੰਗਾ ਸਰ। ਕਿਸੇ ਨੂੰ ਵਿਆਹ ਤੇ ਵੀ ਸੱਦਣਾ ਹੋਵੇ ਨਾ, ਘਰ ਦੇ ਮੁਖੀ ਨੂੰ ਬਕਾਇਦਾ ਤਰੀਕੇ ਨਾਲ ਬੁਲਾਇਆ ਜਾਂਦਾ, ਉਹ 4-5 ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਹੁੰਦੇ ਨੇ, ਪਰ ਇੱਥੇ ਤਾਂ ਇੱਕ 31 ਜਥੇਬੰਦੀਆਂ ਲੱਖਾਂ ਕਿਸਾਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਤਰੀਕੇ ਨਾਲ ਤਾਂ ਇੱਕ ਸੱਦਾ ਹੋਣਾ ਚਾਹੀਦਾ ਸੀ। ਤੁਸੀਂ ਜੋ ਕਿਸਾਨ ਕਹਿ ਰਹੇ ਨੇ ਕਿ ਤੁਸੀਂ ਪਹਿਲਾਂ ਰਾਜਨਾਥ ਜੀ ਤੇ ਖੇਤੀਬਾੜੀ ਮੰਤਰੀ ਨਾਲ ਗੱਲਬਾਤ ਦੇ ਲਈ ਬੁਲਾਉਣ ਦੀ ਗੱਲ ਕੀਤੀ, ਬਾਅਦ ਦੇ ਵਿੱਚ ਤੁਸੀਂ ਖੇਤੀਬਾੜੀ ਸਕੱਤਰ ਤੋਂ ਲੈਟਰ ਕਢਵਾਤੀ। ਅਰੇ ਗੱਲ ਤੇ ਮੈਨੂੰ ਗੌਰਵ ਜੀ ਗੱਲ ਸੁਣ ਲਓ, ਇਹ 31 ਦੇ 31 ਨਾਲ ਅਸੀਂ ਸੰਪਰਕ ਕੀਤਾ। ਅਸੀਂ ਕੋਈ ਇਹੋ ਜਿਹੀ ਗੱਲ ਨਹੀਂ ਰੱਖੀ। ਅਸੀਂ ਕਿਹਾ ਭਾਈ ਸਾਨੂੰ ਆਪਦੇ ਕੋਲ ਬੁਲਾ ਲਓ ਜਾਂ ਸਾਡੇ ਕੋਲ ਆ ਜਾਓ ਜਾਂ ਸਾਡੇ ਨਾਲ ਫੋਨ ਤੇ ਗੱਲ ਕਰ ਲਓ। ਅਸੀਂ ਤੁਹਾਨੂੰ ਮੰਤਰੀ ਸਾਡੇ ਰਾਜਨਾਥ ਸਿੰਘ ਜੀ ਐਗਰੀਕਲਚਰ ਮਿਨਿਸਟਰ, ਗਰੁੱਪ ਆਫ ਮਿਨਿਸਟਰ ਨਾਲ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਨਿਯੁਕਤ ਕੀਤੇ ਨੇ ਉਹਨਾਂ ਨਾਲ ਬਿਠਾਉਣਾ। ਰਾਜਨਾਥ ਜੀ ਨੇ ਦੇ ਤਰਫੋਂ ਔਰ ਐਗਰੀਕਲਚਰ ਮਿਨਿਸਟਰ ਦੀ ਤਰਫੋਂ ਇਹ ਸੁਝਾਅ ਸੀ ਕਿ ਪਹਿਲਾਂ ਉਹਨਾਂ ਨੂੰ ਇੱਕ ਖਰੜਾ ਤਿਆਰ ਕਰਵਾ ਲਓ ਕਿ ਉਹ ਚਾਹੁੰਦੇ ਕੀ ਨੇ। ਫਿਰ ਇਹਨਾਂ ਨਾਲ ਗੱਲ ਕੀਤੀ, ਭਾਈ ਸੱਦਾ ਪੱਤਰ ਕਿਵੇਂ ਦਈਏ? ਇਹਨਾਂ ਨੇ ਕਿਹਾ ਜੀ ਸਾਡੀ ਕੋਆਰਡੀਨੇਸ਼ਨ ਕਮੇਟੀ ਆ, ਉਹਨੂੰ ਇੱਕੋ ਹੀ ਲੈਟਰ ਦੇ ਦਿਓ, ਅਸੀਂ ਸਾਰੇ ਇਕੱਠੇ ਜੀ। ਠੀਕ ਹੈ, ਪੁੱਛ ਕੇ ਦਿੱਤਾ, ਇਹ ਨਹੀਂ ਗੱਲ। ਔਰ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਆਪਣਾ ਤਿਆਰ ਕਰ ਲਓ ਕਿ ਤੁਸੀਂ ਕੀ ਇਹਦੇ 'ਚ ਤਰਮੀਮ ਚਾਹੁੰਦੇ ਹੋ, ਕੀ ਤੁਹਾਨੂੰ ਇਹਦੇ 'ਚ ਖਦਸ਼ੇ ਆ। ਉਹ ਬੈਠ ਕੇ ਉਹਨਾਂ ਨਾਲ ਜਿਹੜੇ ਸਾਡੇ ਅਧਿਕਾਰੀ ਨੇ ਜਿਨ੍ਹਾਂ ਨੇ ਬਣਾਇਆ ਉਹਨਾਂ ਨਾਲ ਇੱਕ ਵਾਰ ਗੱਲ ਕਰ ਲਓ। ਤੇ ਉਹ ਰਾਜਨਾਥ ਜੀ ਕਹਿੰਦੇ ਵੀ ਮੈਨੂੰ ਦੱਸ ਦੇਣਗੇ, ਮੈਂ ਪਹਿਲਾਂ ਤਿਆਰੀ ਕਰਕੇ ਬੈਠੂੰਗਾ ਤਾਂ ਕਿ ਕਿਸਾਨ ਆਉਣ ਸਾਡੇ ਨਾਲ ਬੈਠਣ ਤੇ ਨਿਰਾਸ਼ ਨਾ ਜਾਣ। ਐਸਾ ਅਸੀਂ ਨਹੀਂ ਚਾਹੁੰਦੇ। ਹੋ ਚੱਲਿਆ ਗਰੇਵਾਲ ਸਾਹਿਬ, ਮੈਂ ਤੁਹਾਨੂੰ ਮਾਫੀ ਜੀ ਚਾਹੁੰਦਾ ਕਿ ਵਿਚਾਲੇ ਰੋਕ ਰਹੇ ਹਾਂ। ਤੁਹਾਡਾ ਪੁਆਇੰਟ ਲੋਕਾਂ ਤੱਕ ਪਹੁੰਚ ਗਿਆ, ਮੈਂ ਉਮੀਦ ਕਰਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ। ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ ਵੀ, ਤੇ ਪੰਦੇਰ ਸਾਹਿਬ ਤੁਹਾਡਾ ਵੀ ਧੰਨਵਾਦ, ਜਗਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਸਾਡੇ ਨਾਲ ਹਰਫ ਚੀਮਾ ਜੁੜੇ ਸੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਦੇਖੋ, ਇਸ ਪੂਰੀ ਗੱਲਬਾਤ ਦੇ ਵਿੱਚੋਂ ਇੱਕ ਚੀਜ਼ ਤਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੱਲਬਾਤ ਨੂੰ ਦੋਵੇਂ ਧਿਰਾਂ ਤਿਆਰ ਨੇ, ਪਰ ਕਿਸਾਨਾਂ ਦੀ ਮੰਗ ਹੈ ਕਿ ਸਹੀ ਅਧਿਕਾਰੀਆਂ ਦੇ ਨਾਲ ਸਾਡੀ ਗੱਲਬਾਤ ਕਰਵਾਓ, ਤੇ ਨਾਲ ਹੀ ਜਿਹੜਾ ਭਰੋਸਾ ਵੀ ਇਹ ਮੰਗ ਰਹੇ ਨੇ ਕਿ ਇਹ ਜਿਹੜੀਆਂ ਬਹੁਤ ਸਾਰੀਆਂ ਤਰਮੀਮਾਂ ਨੇ ਉਹ ਵੀ ਕਰਵਾਉਣ ਦਾ ਜ਼ਿਕਰ ਕੀਤਾ ਜਾਵੇ। ਖਾਸ ਤੌਰ ਤੇ ਗੱਲ ਇਹ ਹੈ ਕਿ ਸਹੀ ਮਾਹੌਲ ਦੇ ਵਿੱਚ, ਮੁਫੀਦ ਮਾਹੌਲ ਦੇ ਵਿੱਚ ਇਹ ਗੱਲਬਾਤ ਨੂੰ ਅੱਗੇ ਤੋੜਿਆ ਜਾਵੇ। ਉਮੀਦ ਕਰਾਂਗੇ ਕਿ ਗੱਲਬਾਤ ਜ਼ਰੂਰ ਅੱਗੇ ਵਧੇਗੀ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕਦੇ ਹਾਂ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ। ਸਾਡੇ ਦਰਸ਼ਕਾਂ ਦੀ ਕੀ ਰਾਏ ਹੈ, ਜੋ ਅਸੀਂ ਸਵਾਲ ਪੁੱਛਿਆ ਸੀ ਉਹ ਤੁਹਾਨੂੰ ਦੱਸਾਂਗੇ। ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ। ਅੱਜ ਅਸੀਂ ਗੱਲ ਕਿਸਾਨਾਂ ਦੇ ਮੁੱਦੇ ਉੱਤੇ ਕੀਤੀ ਹੈ, ਕਿਉਂਕਿ ਕਿਸਾਨਾਂ ਨੇ ਇਨਕਾਰ ਕਰ ਦਿੱਤਾ ਹੈ ਫਿਲਹਾਲ ਗੱਲਬਾਤ ਦੇ ਲਈ ਕੇਂਦਰ ਦੀ ਸਰਕਾਰ ਦੇ ਨਾਲ, ਉਹਨਾਂ ਦੇ ਨੁਮਾਇੰਦਿਆਂ ਦੇ ਨਾਲ। ਇਸੇ ਮੁੱਦੇ ਨਾਲ ਜੁੜਿਆ ਹੋਇਆ ਅਸੀਂ ਇੱਕ ਸਵਾਲ ਪੁੱਛਿਆ ਸੀ, ਉਸ ਦੇ ਉੱਤੇ ਤੁਹਾਡਾ ਭਰਪੂਰ ਹੁੰਗਾਰਾ ਸਾਨੂੰ ਮਿਲਿਆ। ਪਹਿਲਾਂ ਮੈਂ ਸਵਾਲ ਦੱਸਦਾ, ਉਸ ਤੋਂ ਬਾਅਦ ਸਾਡੇ ਦਰਸ਼ਕਾਂ ਦੀ ਕੀ ਰਾਏ ਹੈ ਉਹ ਵੀ ਤੁਹਾਡੀ ਟੀਵੀ ਸਕਰੀਨ ਤੇ ਲਿਆਵਾਂਗੇ। ਸਵਾਲ ਸੀ ਕਿ ਕਿਸਾਨਾਂ ਦੇ ਵੱਲੋਂ ਕੇਂਦਰ ਦੇ ਗੱਲਬਾਤ ਦੇ ਸੱਦੇ ਨੂੰ ਠੁਕਰਾਉਣ ਦਾ ਫੈਸਲਾ ਕੀ ਸਹੀ ਹੈ, ਕਿ ਕਿਸਾਨਾਂ ਨੇ ਸਹੀ ਫੈਸਲਾ ਕੀਤਾ ਹੈ? ਤਾਂ ਉਸ ਦੇ ਉੱਤੇ ਜੋ ਰਾਏ ਸਾਡੇ ਦਰਸ਼ਕਾਂ ਦੀ ਸਾਡੇ ਤੱਕ ਪਹੁੰਚੀ ਹੈ, ਹੁਣ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਸਾਡੇ ਦਰਸ਼ਕਾਂ ਦੀ ਰਾਏ ਜਿਹੜੀ ਹੈ ਬਹੁਤ ਵੱਡੇ, ਤੁਸੀਂ ਕਹਿ ਸਕਦੇ ਹੋ ਕਿ ਪਰਸੈਂਟੇਜ ਕਿਸਾਨਾਂ ਦੇ ਨਾਲ ਖੜੀ ਨਜ਼ਰ ਆ ਰਹੀ ਹੈ। 90% ਸਾਡੇ ਦਰਸ਼ਕਾਂ ਨੂੰ ਲੱਗਦਾ ਹੈ ਕਿ ਜੀ ਹਾਂ, ਸਹੀ ਫੈਸਲਾ ਕਿਸਾਨਾਂ ਦੇ ਵੱਲੋਂ ਲਿਆ ਗਿਆ ਹੈ, ਜਦਕਿ 10% ਨੂੰ ਅਜਿਹਾ ਨਹੀਂ ਲੱਗਦਾ। ਇਹ ਬਹੁਤ ਵੱਡੀ ਪਰਸੈਂਟੇਜ ਹੈ। ਜ਼ਿਆਦਾਤਰ ਸਾਡੇ ਦਰਸ਼ਕਾਂ ਨੂੰ ਲੱਗ ਰਿਹਾ ਕਿ ਹਾਂ, ਇਹ ਫੈਸਲਾ ਸਹੀ ਲਿਆ ਗਿਆ, ਗੱਲਬਾਤ ਦਾ ਸੱਦਾ ਠੁਕਰਾ ਕੇ। ਕਿਸਾਨਾਂ ਦੇ ਮੁੱਦੇ ਉੱਤੇ ਜੋ ਵੀ ਅਪਡੇਟ ਹੈ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਮੁੱਦਿਆਂ ਦੇ ਉੱਤੇ ਗੱਲਬਾਤ ਵੀ ਇਸੇ ਤਰੀਕੇ ਨਾਲ ਜਾਰੀ ਰਹੇਗੀ। ਫਿਲਹਾਲ ਦੇ ਲਈ ਮੈਨੂੰ ਇਜਾਜ਼ਤ ਦਿਓ, ਤੁਸੀਂ ਬਣੇ ਰਹੋ ਨਿਊਜ਼ 18 ਦੇ ਨਾਲ।